ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ
ਹਰ ਆਗਮਾ ਆਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ। ਹਰ ਸੱਚੇ ਸਿਰਜਣਹਾਰਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਆਗਮਾ ਆਗਮ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਚੌਥਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 348 ਅੰਗ ਤੇ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੀ ਉਥਾਨਕਾ ਹੈ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ। ਸ਼੍ਰੀ ਹਰਿਮੰਦਰ ਸਾਹਿਬ ਜੋ ਦੁਖ ਭੰਜਨੀ ਬੇਰ ਸਾਹਿਬ ਪਾਵਨ ਅਸਥਾਨ ਹੈ, ਮਹਾਰਾਜ ਸਾਹਿਬ ਜੀ ਉਸ ਪਾਵਨ ਅਸਥਾਨ ਤੇ ਬੇਰੀ ਦੇ ਹੇਠਾਂ ਬੈਠੇ ਹੋਏ ਨੇ। ਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ ਮਹਾਰਾਜ ਜੀ, ਜਿਵੇਂ ਪਹਿਲੇ ਸਰੂਪ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸੋਦਰ ਆਸਾ ਰਾਗ ਦੇ ਅੰਦਰ ਉਚਾਰਨ ਕੀਤਾ, ਇਵੇਂ ਆਪ ਵੀ ਕਿਰਪਾ ਕਰੋ ਮਹਾਰਾਜ। ਪਰਮਾਤਮਾ ਦੀ ਉਸਤਤ ਰੂਪ ਦੇ ਵਿੱਚ ਆਪ ਦੀ ਸ਼ਬਦ ਉਚਾਰਨ ਕਰੋ। ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਜੋ ਸਾਧ ਸੰਗਤ ਜੀ ਸ਼ਬਦ ਹੈ, ਆਸਾ ਮਹੱਲਾ ਚੌਥਾ ਸੋ ਪੁਰਖ, ਉੱਥੇ ਸੋ ਪੁਰਖ ਉਚਾਰਨ ਕੀਤਾ ਹੋਇਆ। ਔਰ ਜੋ ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਜੋ ਪਾਵਨ ਸ਼ਬਦ ਬਖਸ਼ਿਸ਼ ਕੀਤਾ ਹੈ, ਜਿਸ ਦੀ ਵਿਚਾਰ ਆ ਰਹੀ ਹੈ, ਹਜ਼ੂਰ ਨੇ ਇਕੱਲਾ ਲਿਖਿਆ ਹੈ ਆਸਾ ਮਹੱਲਾ ਚੌਥਾ, ਸੋ ਪੁਰਖ ਇੱਥੇ ਨਹੀਂ ਲਿਖਿਆ ਹੋਇਆ। ਇਹ ਪਾਠ ਦਾ ਭੇਦ ਰੱਖਿਆ ਹੈ। ਔਰ ਹੋਰ ਵੀ ਸ਼ਬਦ ਦੇ ਅੰਦਰ ਸਾਧ ਸੰਗਤ ਜੀ ਪਾਠਾਂ ਦੇ ਭੇਦ ਹਨ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਸਿੱਖਾਂ ਦੀ ਬੇਨਤੀ ਕਰਨ ਤੇ ਅਕਾਲ ਪੁਰਖ ਪਰਮਾਤਮਾ ਜੀ ਦੀ ਉਸਤਤ ਕਰਦੇ ਹੋਏ ਸ਼ਬਦ ਉਚਾਰਨ ਕਰ ਰਹੇ ਹਨ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਉਹ ਅਕਾਲ ਪੁਰਖ ਪਰਮਾਤਮਾ ਜੋ ਪੁਰਖ ਪੁਰਸ਼ਾਰਥ ਕਰਨ ਵਾਲਾ ਹੈ, ਜੋ ਪੁਰਖ ਸਰੂਪ ਹੈ, ਐਸਾ ਪਰਮਾਤਮਾ ਹੈ ਜੋ ਜਗਤ ਰੂਪ ਬਾਲਕ ਨੂੰ ਜਨਮ ਦੇਣ ਵਾਲਾ ਹੈ, ਉਤਪਤੀ ਕਰਨ ਵਾਲਾ ਹੈ।
ਨਿਰੰਜਨ ਕਹੀਏ ਕਿ ਮਾਇਆ ਦੀ ਕਾਲਕ ਤੋਂ ਰਹਿਤ ਪਰਮਾਤਮਾ ਜੀ ਦਾ ਸ਼ੁੱਧ ਸਰੂਪ ਹੈ। ਹਰ ਪੁਰਖ ਨਿਰੰਜਨ ਹਰੀ ਐਸਾ ਪੁਰਸ਼ਾਰਥ ਕਰਨ ਵਾਲਾ, ਪੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਜੋ ਮਾਇਆ ਕਾਲ ਤੋਂ, ਮਾਇਆ ਦੀ ਵਖੇਬ ਤੋਂ, ਮੈਲ ਤੋਂ ਰਹਿਤ ਹੈ। ਸ਼ੁੱਧ ਸਰੂਪ ਐਸਾ ਪਰਮੇਸ਼ਰ ਹੈ। ਹਰ ਆਗਮਾ ਆਗਮ ਅਪਾਰਾ। ਇਹ ਗੁਰਸਿੱਖੋ ਐਸਾ ਪਰਮਾਤਮਾ ਹੈ ਜਿਹਦੇ ਤੱਕ ਆਪਣੇ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗਮਤਾ ਨਹੀਂ ਕੀਤੀ ਜਾ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਦੀ ਗਮਤਾ ਤੋਂ ਵੀ ਪਰੇ ਹੈ, ਇੰਦਰੀਆਂ ਦਾ ਵੀ ਅਵਿਸ਼ਾ ਹੈ, ਇੰਦਰੀਆਂ ਕਰਕੇ ਵੀ ਉਹ ਪਰਮਾਤਮਾ ਤੱਕ ਪਹੁੰਚਿਆ ਨਹੀਂ ਜਾ ਸਕਦਾ। ਐਸਾ ਹਰ ਅਗਮਾ ਅਗਮ ਅਪਾਰਾ। ਐਸਾ ਕਹਿੰਦੇ ਅਗਮਾ ਅਗਮ ਪਰਮਾਤਮਾ, ਪਰੇ ਤੋਂ ਪਰੇ ਭਾਵ ਉਹ ਸ੍ਰਿਸ਼ਟੀ ਦੇ ਪਾਰਾਵਾਰ ਤੋਂ, ਅਰਾਰ ਪਾਰ ਤੋਂ ਪਰੇ ਪਰਮਾਤਮਾ ਜੀ ਦਾ ਸਰੂਪ ਹੈ। ਔਰ ਇਹ ਸਾਧ ਸੰਗਤ ਜੀ, ਇਸ ਪ੍ਰਕਾਰ ਇਹ ਜੋ ਪੰਕਤੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ, ਜੇ ਸ਼ੰਕਾ ਰੂਪ ਦੇ ਵਿੱਚ ਕੋਈ ਸਵਾਲ ਕਰਦਾ ਹੈ ਤਾਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਹਨ, ਮਹਾਰਾਜ ਸੋ ਪੁਰਖ ਨਿਰੰਜਨ, ਆਪ ਜੀ ਨੇ ਫਿਰ ਇੰਨਾ ਹੀ ਕਿਉਂ ਨਹੀਂ ਉਚਾਰਨ ਕਰ ਦਿੱਤਾ ਪਰਮਾਤਮਾ ਦੇ ਪਰਥਾਏ? ਤੇ ਹਜੂਰ ਕਹਿੰਦੇ ਹਨ ਕਿ ਸੋ ਪੁਰਖ ਨਿਰੰਜਨ ਤਾਂ ਸ਼੍ਰੀ ਰਾਮਚੰਦਰ ਜੀ ਵੀ ਹੋਏ ਨੇ, ਉਹ ਵੀ ਸੰਸਾਰ ਦੇ ਅੰਦਰ ਫਿਰ ਇਹ ਸ਼੍ਰੀ ਰਾਮਚੰਦਰ ਜੀ ਦਾ ਵਾਚਕ ਬਣ ਜਾਣਾ ਸੀ ਕਿ ਉਹ ਹੀ ਬ੍ਰਹਮ ਰੂਪ ਹਨ। ਪਰ ਅਸੀਂ ਰਾਮਚੰਦਰ ਜੀ ਦੀ ਉਪਮਾ ਨਹੀਂ, ਜੋ ਸਭ ਜੀਵਾਂ ਦੇ ਅੰਦਰ ਵਿਆਪਕ ਹੈ, ਰਮਿਆ ਹੋਇਆ ਪਰਮਾਤਮਾ ਬ੍ਰਹਮ ਸਰੂਪ ਹੈ, ਉਸ ਪਰਮਾਤਮਾ ਅਕਾਲ ਪੁਰਖ ਜੀ ਦੀ ਉਸਤਤ ਕਰ ਰਹੇ ਹਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਹ ਨਾਲ ਉਚਾਰਨ ਕੀਤਾ ਹਰ ਪੁਰਖ ਨਿਰੰਜਨ। ਫਿਰ ਕਹਿੰਦੇ ਜੀ ਹਰ ਅਗਮਾ ਹੀ ਇਕੱਲਾ ਉਚਾਰਨ ਕਰ ਦਿੰਦੇ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਕਹਿਣ ਲੱਗੇ ਇਹ ਗੁਰਸਿੱਖੋ, ਜੋ ਗਮਤਾ ਭਾਵ ਕੇ ਮਨ ਦੇ ਅੰਦਰ ਭੈ ਧਾਰਨ ਕਰਨਾ, ਭੈ ਤੋਂ ਰਹਿਤ ਤਾਂ ਉਹ ਸੰਸਾਰ ਦੇ ਅੰਦਰ ਭਾਵੇਂ ਜਿਵੇਂ ਹਰਨਾਕਸ ਵੀ ਸੀਗਾ ਕਿ ਮੈਨੂੰ ਕੋਈ ਮਾਰਨ ਵਾਲਾ ਨਹੀਂ ਹੈ, ਜਲੇ ਹਰਨਾਕਸ ਥਲੇ ਹਰਨਾਕਸ, ਫਿਰ ਆਦ ਅੰਤ ਹਰਨਾਕਸ ਆਪਣਾ ਹੀ ਨਾਮ ਜਪਾਉਂਦਾ ਸੀ, ਉਹਦੇ ਮਨ ਦੇ ਵਿੱਚ ਵੀ ਕਿਹੜਾ ਭੈ ਸੀਗਾ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਹਰ ਅਗਮਾ ਅਗਮ ਅਪਾਰਾ। ਅਗਮਾ ਅਗਮ ਤਾਂ ਉਚਾਰਨ ਕੀਤਾ ਕਿ ਅਕਾਲ ਪੁਰਖ ਪਰਮਾਤਮਾ ਉਹ ਅਮਰ ਹੈ। ਹਰਨਾਕਸ ਤਾਂ ਫਿਰ ਵੀ ਮਾਰਿਆ ਗਿਆ ਸੀ, ਨਰ ਸਿੰਘ ਦਾ ਰੂਪ ਪਰਮੇਸ਼ਰ ਨੇ ਜਦੋਂ ਧਾਰਨ ਕੀਤਾ ਸੀ। ਤੇ ਅਪਾਰਾ ਕਹੀਏ ਕਿ ਫਿਰ ਕਹਿੰਦੇ ਮਹਾਰਾਜ ਅਪਾਰਾ ਕਿਉਂ ਆਪ ਜੀ ਨੇ ਉਚਾਰਨ ਕੀਤਾ, ਅਗਮਾ ਅਗਮ ਹੀ ਰਹਿਣ ਦਿੰਦੇ। ਤੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਫਿਰ ਸੰਸਾਰ ਦੇ ਅੰਦਰ ਜੋ ਕਿਸੇ ਨੇ ਮਨ ਨੂੰ ਮੰਨ ਲੈਣਾ ਸੀ ਕਿ ਮਨ ਵੀ ਬੜਾ ਸੂਖਸ਼ਮ ਹੈ, ਬ੍ਰਹਮ ਦੀ ਤਰ੍ਹਾਂ, ਸ਼ਬਦ ਦੀ ਤਰ੍ਹਾਂ ਮਨ ਵੀ ਸੂਖਸ਼ਮ ਹੈ, ਪਰ ਮਨ ਜਿਹੜਾ ਹੈ ਇਹ ਵੀ ਪ੍ਰਕਿਰਤੀ ਦੇ ਵਿੱਚ ਆ ਜਾਂਦਾ ਹੈ, ਜੋ ਪਰਮੇਸ਼ਰ ਦੀ ਰੰਗਾਂ ਰੰਗਾਂ ਦੀ ਮਾਇਆ ਪੈਦਾ ਕੀਤੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਸੀ ਅਪਾਰਾ ਕਿਹਾ ਕਿ ਪਰਮਾਤਮਾ ਸਭ ਦੇ ਅੰਦਰ ਹੁੰਦਾ ਹੋਇਆ ਵੀ ਪ੍ਰਕਿਰਤੀ ਤੋਂ ਪਰੇ ਹੈ, ਅਰਾਰ ਪਾਰ ਦਾ ਜਿਸ ਦਾ ਅੰਤ ਨਹੀਂ ਪੈਂਦਾ, ਐਸਾ ਉਹ ਅਪਾਰ ਅਕਾਲ ਪੁਰਖ ਪਰਮੇਸ਼ਰ ਜੀ ਦਾ ਸਰੂਪ ਹੈ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ। ਹਜੂਰ ਭੀਪਸਾ ਰੂਪਕ ਅਲੰਕਾਰ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ। ਭੀਪਸਾ ਅਲੰਕਾਰ ਹੁੰਦਾ ਜਿਹੜਾ ਬਾਰ-ਬਾਰ ਕਥਨ ਕਰਨਾ, ਹਰ ਧਿਆਵਹਿ ਤੁਧ ਜੀ। ਹੇ ਪਿਆਰੇ ਪਰਮਾਤਮਾ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਮਹਾਰਾਜ ਨਿਰਗੁਣ ਸਰੂਪ ਨੂੰ ਧਿਆਉਣ ਵਾਲੇ ਆਪ ਜੀ ਦਾ ਧਿਆਨ ਧਾਰਨ ਕਰਕੇ ਤੇ ਆ ਰਹੇ ਹਨ। ਔਰ ਸਰਗੁਣ ਸਰੂਪ ਦੇ ਜੋ ਉਪਾਸ਼ਕ ਹੈ ਮਹਾਰਾਜ, ਆਪ ਜੀ ਦੇ ਸਰਗੁਣ ਸਰੂਪ ਦਾ ਧਿਆਨ ਧਾਰਨ ਕਰ ਕਰਕੇ ਮਹਾਰਾਜ ਤੇ ਆ ਰਹੇ ਹੈ। ਹਰ ਸੱਚੇ ਸਿਰਜਣਹਾਰਾ। ਇਹ ਸੱਚੇ ਤਿੰਨਾਂ ਕਾਲਾਂ ਵਿੱਚ ਸੱਚ ਰਹਿਣ ਵਾਲੇ ਪਰਮਾਤਮਾ, ਸ੍ਰਿਸ਼ਟੀ ਦੇ ਸਿਰਜਣਹਾਰੇ ਪਰਮੇਸ਼ਰ ਜੀ, ਆਪ ਦੀ ਸਦਾ ਮਹਾਰਾਜ ਸੱਚ ਸਰੂਪ ਹੋ, ਸਦਾ ਮਹਾਰਾਜ ਆਪ ਜੀ ਸੱਚ ਰਹਿਣ ਵਾਲੇ ਹੋ। हे ਮਹਾਰਾਜ, ਸ੍ਰਿਸ਼ਟੀ ਦੇ ਜੀਵ ਸਭ ਸਦਾ ਰਹਿਣ ਵਾਲੇ ਨਹੀਂ ਹੈ, ਆਪ ਮਹਾਰਾਜ ਸਭ ਜੀਵਾਂ ਦੀ ਸਿਰਜਣਾ ਕਰਨ ਵਾਲੇ ਹੋ, ਸਦਾ ਸੱਚ ਰਹਿਣ ਵਾਲੇ ਹੋ। हे ਪਰਮਾਤਮਾ, ਧਿਆਉਣੇ ਯੋਗ ਹੋ ਕਰਕੇ ਆਪ ਜੀ ਦੇ ਗੁਰਮੁਖ ਪਿਆਰੇ ਗੁਰਸਿੱਖ, ਜਗਿਆਸੂ, ਭਗਤ, ਬੰਦਗੀ ਕਰਨ ਵਾਲੇ ਬ੍ਰਹਮ ਬੇਤੇ
ਆਪ ਜੀ ਨੂੰ ਧਿਆ ਰਹੇ ਹਨ। ਸਭ ਜੀ ਤੁਮਾਰੇ ਜੀ। ਹੇ ਪਿਆਰੇ ਪ੍ਰਮਾਤਮਾ ਜੀ, ਜਿੰਨੇ ਵੀ ਸੰਸਾਰ ਦੇ ਅੰਦਰ ਜੀਵ ਜੰਤੂ ਹਨ, ਸੂਖਸ਼ਮ ਚਾਹੇ ਸਥੂਲ ਹੈ, ਜਿਹੜੇ ਐਸੇ ਵੀ ਕੋਈ ਜੀਵ ਹਨ ਜਿਨ੍ਹਾਂ ਨੂੰ ਅੱਖਾਂ ਦੇ ਨਾਲ ਵੀ ਦੇਖਿਆ ਨਹੀਂ ਜਾ ਸਕਦਾ, ਸੂਖਮਦਰਸ਼ੀ ਸਾਧ ਸੰਗਤ ਜੀ, ਦਰਪਣ ਸ਼ੀਸ਼ੇ ਦੇ ਨਾਲ ਤਿੰਨਾਂ ਨੂੰ ਦੇਖਿਆ ਜਾਂਦਾ ਹੈ। ਕਿੰਨੇ ਕਿੰਨੇ ਛੋਟੇ ਛੋਟੇ ਕੀਟਾਣੂ ਹੁੰਦੇ, ਉਹ ਅੱਖਾਂ ਦੇ ਨਾਲ ਦਿਸਦੇ ਨਹੀਂ ਹੈ। ਇਸ ਪ੍ਰਕਾਰ ਕਹਿੰਦੇ ਭਾਵੇਂ ਛੋਟੇ ਚਾਹੇ ਵੱਡੇ ਆਕਾਰਾਂ ਦੇ ਜੀਵ ਹੈ, ਦਿਸਦੇ ਹਨ ਚਾਹੇ ਅਦ੍ਰਿਸ਼ਟ ਹਨ। ਜਿੰਨੇ ਵੀ ਮਹਾਰਾਜ ਪੈਦਾ ਕੀਤੇ ਹੋਏ ਜੀਵ ਹੈ, ਸਭ ਜੀਵ ਤੁਮਾਰੇ ਜੀ, ਸਾਰੇ ਆਪ ਜੀ ਦੇ ਪੈਦਾ ਕੀਤੇ ਹੈ, ਕਿਉਂਕਿ ਸਭ ਦੇ ਅੰਦਰ ਮਹਾਰਾਜ ਆਪ ਜੀ ਜੋਤ ਰੂਪ ਹੋ ਕਰਕੇ ਵਰਤ ਰਹੇ ਹੋ। ਸਾਧ ਸੰਗਤ ਜੀ, ਦਹੀਂ ਦੇ ਵਿੱਚ ਕਿੰਨੇ ਕਿੰਨੇ ਸੂਖਮ ਇੰਨੇ ਜੀਵ ਹੁੰਦੇ ਆ, ਉਹ ਸੂਖਮਦਰਸ਼ੀ ਦਰਪਣ ਦੇ ਨਾਲ ਦੇਖਿਆ ਜਾਵੇ ਤੇ ਦਹੀਂ ਖਾਣੇ ਨੂੰ ਚਿੱਤ ਨਹੀਂ ਕਰਦਾ। ਫਿਰ ਅੱਖਾਂ ਦੇ ਨਾਲ ਪ੍ਰਤੱਖ ਸਾਨੂੰ ਦਿਸਦੇ ਨਹੀਂ ਹੈ। ਜਦੋਂ ਸਾਧ ਸੰਗਤ ਜੀ ਦੁੱਧ ਉਬਾਲ ਕਰਕੇ ਕਾੜ ਕੇ ਜਾਗ ਲਾਈ ਦੀ, ਭਾਵ ਖੱਟਾ ਲਾਈਦਾ ਨਾ ਬਣਾਉਣ ਦੇ ਵਾਸਤੇ, ਉਹ ਫਿਰ ਉਹਨਾਂ ਛੋਟੇ ਛੋਟੇ ਕਿਰਮਾਂ ਦੇ ਨਾਲ ਹੀ ਜਿਹੜਾ ਦਹੀਂ ਅੱਗੇ ਜੰਮ ਜਾਂਦਾ। ਥੋੜ੍ਹੀ ਜਿਹੀ ਜਾਗ ਲਾਈ ਦੀ, ਫਿਰ ਸਾਰਾ ਦਹੀਂ ਬਣ ਜਾਂਦਾ, ਉਹ ਆਪਣੇ ਵਰਗੇ ਬਣਾ ਲੈਂਦੇ ਆ। ਇਹ ਮਹਾਰਾਜ ਹਜੂਰ ਕਹਿੰਦੇ ਕਿ ਭਾਵੇਂ ਛੋਟੇ ਛੋਟੇ ਆਕਾਰਾਂ ਦੇ ਜੀਵ ਹਨ, ਚਾਹੇ ਸਥੂਲ ਵੱਡੇ ਵੱਡੇ ਹਾਥੀ ਵਰਗੇ ਤਮਾਮ ਸੰਸਾਰ ਭਰ ਦੇ ਜੀਵ ਹੈ, ਹੇ ਪਰਮੇਸ਼ਰ ਜੀ, ਸਭ ਆਪ ਜੀ ਦੇ ਪੈਦਾ ਕੀਤੇ ਹਨ। ਤੂੰ ਜੀਆ ਕਾ ਦਾਤਾਰਾ। ਹੇ ਪ੍ਰਮਾਤਮਾ, ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਹੈ। ਸਭ ਜੀਵਾਂ ਨੂੰ ਸਮੇਂ ਸਿਰ ਕਰਮਾਂ ਅਨੁਸਾਰ ਦਾਤਾਂ ਪ੍ਰਦਾਨ ਕਰਨ ਵਾਲਾ ਸ਼੍ਰੋਮਣੀ ਦਾਤਾ ਹੈ। ਸਾਧ ਸੰਗਤ ਜੀ, ਕਈ ਵਾਰ ਕਈ ਪ੍ਰੇਮੀ ਇੱਥੇ ਸਵਾਲ ਕਰਦੇ ਆ ਜੀ, ਪ੍ਰਮਾਤਮਾ ਨੂੰ ਤੂੰ ਕਿਉਂ ਕਥਨ ਕੀਤਾ ਹੈ? ਜੇ ਤੁਸੀਂ ਕਥਨ ਕਰੀਏ ਕਿ ਫਿਰ ਸਾਧ ਸੰਗਤ ਜੀ ਇਹਦੇ ਵਿੱਚ ਤੁਸੀਂ ਬਹੁ ਵਚਨ ਬਣ ਜਾਂਦਾ ਹੈ ਕਿ ਹੋਰ ਵੀ ਪ੍ਰਮਾਤਮਾ ਜੈਸੇ ਦਾਤੇ ਹੋਣਗੇ, ਸ਼੍ਰੋਮਣੀ ਦਾਤੇ। ਪਰ ਮਹਾਰਾਜ ਗੁਰਬਾਣੀ ਵਿੱਚ ਹਜੂਰ ਨੇ ਬਾਰ-ਬਾਰ ਇਹ ਸ਼ਬਦ ਉਚਾਰਨ ਕਹੇ ਹੈ, ਸਤਿਗੁਰੂ ਜੀ ਨੇ ਉਚਾਰਨ ਕੀਤੇ ਹੈ ਪਾਵਨ ਸ਼ਬਦ, ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਇੱਕੋ ਹੀ ਸ਼੍ਰੋਮਣੀ ਦਾਤਾ ਹੈ, ਸਭ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਦਾ ਸੀ, ਕਰ ਰਿਹਾ, ਆਉਣ ਵਾਲੇ ਸਮੇਂ ਵਿੱਚ ਕਰਦਾ ਰਹੇਗਾ। ਸੋ ਇਸ ਲਈ ਮਹਾਰਾਜ ਕਹਿੰਦੇ ਤੂੰ ਜੀਆ ਕਾ ਦਾਤਾਰਾ। ਹੇ ਪ੍ਰਮਾਤਮਾ, ਤੂੰ ਸਰਬ ਜੀਵਾਂ ਨੂੰ ਦਾਤਾਂ ਦੇਣ ਵਾਲਾ ਸ਼੍ਰੋਮਣੀ ਦਾਤਾ ਹੈ। ਜੀਵ ਵੀ ਆਪ ਜੀ ਦੇ ਹੀ ਹੈ ਤੇ ਮਹਾਰਾਜ ਸਭ ਜੀਵਾਂ ਨੂੰ ਦਾਤਾਂ ਦੇਣੀਆਂ, ਔਰ ਦਾਤਾਂ ਇਹ ਸਭ ਪਰਮੇਸ਼ਰ ਆਪ ਜੀ ਦੇ ਪੈਦਾ ਕੀਤੇ ਹਨ। ਹਰ ਧਿਆਵਹੁ ਸੰਤਹੁ ਜੀ। ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ੋ, ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਧਿਆਵਣਾ ਕਰੋ। ਅਥਵਾ ਹੇ ਜਗਿਆਸੂ ਜਨੋ, ਜੇ ਪ੍ਰਮਾਤਮਾ ਨੂੰ ਧਿਆਉਣਾ ਹੈ ਤੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਨੂੰ ਧਿਆਇਆ ਕਰੋ। ਜੋ ਪ੍ਰਮਾਤਮਾ ਨੂੰ ਧਿਆਉਣ ਦਾ ਹਿਰਦੇ ਪ੍ਰੇਮ ਦਾ ਰੰਗ ਲੱਗ ਜਾਵੇ, ਹਿਰਦੇ ਹੋ ਕੇ ਪ੍ਰਮਾਤਮਾ ਦੀ ਬੰਦਗੀ ਕੀਤੀ ਜਾ ਸਕੇ, ਇਸ ਲਈ ਹਰ ਧਿਆਵਹੁ ਸੰਤਹੁ ਜੀ, ਸਤਿਪੁਰਸ਼ਾਂ ਦੇ ਨਾਲ ਮਿਲ ਕਰਕੇ, ਤਿਨਾਂ ਸਤਿਪੁਰਸ਼ਾਂ ਦੀ ਸਤ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਨੂੰ ਧਿਆਵਣਾ ਕਰੋ ਜੀ। ਸਭ ਦੁਖ ਵਿਸਾਰਣ ਹਾਰਾ। ਹੇ ਮਹਾਰਾਜ, ਕਿਸ ਨੂੰ ਧਿਆਉਣਾ ਕਰੀਏ? ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਜੋ ਪ੍ਰਮਾਤਮਾ ਸਭ ਜੀਵਾਂ ਦੇ ਦੁੱਖਾਂ ਨੂੰ ਵਿਸਰਜਨ ਕਰਨ ਵਾਲਾ ਹੈ, ਵਿਸਾਰ ਦੇਣ ਵਾਲਾ ਹੈ, ਅਭਾਵ ਕਰ ਦੇਣ ਵਾਲਾ ਹੈ, ਐਸਾ ਉਹ ਪ੍ਰਮਾਤਮਾ, ਉਸ ਵਾਹਿਗੁਰੂ ਨੂੰ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਧਿਆਉਣਾ ਕਰੋ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ। ਹਰੀ ਪਰਮੇਸ਼ਰ ਆਪ ਹੀ ਸਭ ਜੀਵਾਂ ਦਾ ਮਾਲਕ ਹੈ ਤੇ ਆਪ ਹੀ ਸੇਵਕ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਗੁਰ ਚੇਲਾ ਹੈ ਆਪੇ। ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਹਨ ਕਿ ਆਪ ਹੀ ਗੁਰੂ ਰੂਪ ਹੈ ਅਤੇ ਆਪ ਹੀ ਚੇਲਾ ਦਾਸ ਰੂਪ ਹੈ। ਐਸਾ ਪ੍ਰਮਾਤਮਾ ਹੈ। ਔਰ ਹਜੂਰ ਆਖ ਰਹੇ ਨੇ, ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ। ਆਪ ਹੀ ਮਾਲਕ ਰੂਪ ਹੋ ਕਰਕੇ ਪ੍ਰਮਾਤਮਾ ਸੇਵਾ ਕਰਵਾ ਰਿਹਾ ਹੈ ਔਰ ਆਪ ਹੀ ਸੇਵਕ ਰੂਪ ਹੋ ਕਰਕੇ ਮਹਾਰਾਜ ਕਹਿੰਦੇ ਨਿਮਰਤਾਵਾਨ ਹੋ ਕੇ, ਸ਼ੁਭ ਗੁਣਾਂ ਦਾ ਧਾਰਨੀ ਬਣ ਕੇ, ਗੁਰ ਉਪਦੇਸ਼ ਨੂੰ ਜੀਵਨ ਵਿੱਚ ਕਮਾਉਂਦਾ ਹੋਇਆ ਸੇਵਾ ਕਰ ਰਿਹਾ ਹੈ। ਹੋਰ ਕੋਈ ਦੂਜਾ ਨਹੀਂ ਹੈ। ਪਰਮੇਸ਼ਰ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਾ ਕਰਾਉਣ ਵਾਲਾ
ਮਾਲਕ ਬਣ ਕਰਕੇ ਸੇਵਕ ਰੂਪ ਹੋ ਕਰਕੇ ਪਰਮੇਸ਼ਰ ਆਪ ਹੀ ਵਰਤ ਰਿਹਾ ਹੈ। ਕਿਆ ਨਾਨਕ ਜਾਣਤ ਵਿਚਾਰਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਬਪੜਾ ਵਿਚਾਰਾ ਭਲਾ ਕੀ ਹੈ ਜੋ ਪ੍ਰਮਾਤਮਾ ਦੀ ਬਾਬਤ ਕੁਝ ਕਥਨ ਕਰ ਸਕੇ, ਕੋਈ ਸਮਗਰ ਰੂਪ ਦੇ ਵਿੱਚ ਪ੍ਰਮਾਤਮਾ ਜੀ ਦੀਆਂ ਸਿਫਤਾਂ ਗਾ ਸਕੇ, ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਕਿਆ ਨਾਨਕ ਜੰਤ ਵਿਚਾਰਾ। ਤੇ ਇਹ ਜੀਵ ਭਲਾ ਕੀ ਹੈ ਜੋ ਆਪਣਾ ਬਲ ਦੇ ਨਾਲ ਐਵੇਂ ਬਾਰ-ਬਾਰ ਡੀਂਗਾ ਮਾਰਦਾ ਰਹਿੰਦਾ, ਜੀ ਮੈਂ ਇਵੇਂ ਕਰਦਾ, ਮੈਂ ਇੰਨੀ ਸੇਵਾ ਕਰਦਾ, ਮੈਂ ਇੰਨਾ ਗੁਰਬਾਣੀ ਪੜ੍ਹਦਾ, ਮੈਂ ਇੰਨਾ ਨਾਮ ਜਪਦਾ, ਸਿਮਰਨ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪ੍ਰਮਾਤਮਾ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਰੂਪ ਹੋ ਕਰਕੇ ਸੇਵਾ ਕਰਦਾ ਪਿਆ ਹੈ। ਕਿਆ ਨਾਨਕ ਜੰਤ ਵਿਚਾਰਾ। ਜੀਵ ਬਪੜਾ ਭਲਾ ਕੀ ਹੈ, ਇਹਦਾ ਬਲ ਕੀ ਹੈ, ਇਹਦਾ ਕੋਈ ਜ਼ੋਰ ਥੋੜ੍ਹਾ। ਪਰਮੇਸ਼ਰ ਆਪ ਹੀ ਕਿਰਪਾ ਕਰਕੇ ਸੇਵਕ ਰੂਪ ਹੋ ਕਰਕੇ ਸੇਵਾ ਕਰ ਰਿਹਾ ਹੈ। ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ। ਇਹ ਪ੍ਰਮਾਤਮਾ ਆਪ ਸਭ ਜੀਵਾਂ ਦੇ ਅੰਦਰ, ਪਰਮੇਸ਼ਰ ਤੂੰ ਸਭ ਘਾਟਾਂ ਘਾਟਾਂ ਦੇ ਅੰਦਰ ਵਰਤ ਰਿਹਾ ਹੈ। ਸਰਬ ਨਿਰੰਤਰ ਜੀ, ਨਿਰੰਤਰ ਕਹੀਏ ਲਗਾਤਾਰ, ਨਿਯੰਤਰਣ ਹਰ ਇੱਕ ਘਟ ਦੇ ਅੰਦਰ, ਸਭ ਹਿਰਦਿਆਂ ਦੇ ਅੰਦਰ ਰੂਪ ਹੋ ਕੇ ਪ੍ਰਮਾਤਮਾ ਵਰਤ ਰਿਹਾ। ਤੇ ਘਾਟ ਘਾਟ ਸਾਧ ਸੰਗਤ ਜੀ, ਘਟ ਚੌਹਾਂ ਖਾਣੀਆਂ ਦੇ ਅੰਦਰ, ਚੌਹਾਂ ਖਾਣੀਆਂ ਵਿੱਚ ਪੈਦਾ ਕੀਤੇ ਹੋ ਜੀਵਾਂ ਦੇ ਅੰਦਰ ਸਭ ਹਿਰਦੇ ਰੂਪ ਹੋ ਕੇ ਪ੍ਰਮਾਤਮਾ ਲਗਾਤਾਰ ਵਰਤ ਰਿਹਾ ਹੈ। ਜਿੰਨਾ ਵੀ ਸਮਾਂ ਜੀਵ ਦੀ ਆਰਬਲਾ ਹੁੰਦੀ ਹੈ ਸਾਧ ਸੰਗਤ ਜੀ, ਜੀਵਨ ਕਾਲ ਦੌਰਾਨ ਜ਼ਿੰਦਗੀ ਭਰ ਜਿੰਨਾ ਵੀ ਸਮਾਂ ਜੀਵ ਨੂੰ ਜ਼ਿੰਦਗੀ ਜਿੰਨੀ ਉਮਰਾਂ ਮਿਲਦੀ ਹੈ ਉਹ ਸਾਰੀ ਆਰਬਲਾ ਦੇ ਵਿੱਚ ਪ੍ਰਮਾਤਮਾ ਹੀ ਵਰਤਦਾ ਹੁੰਦਾ। ਪਰਮੇਸ਼ਰ ਦੀ ਜੋਤ ਵਰਤ ਰਹੀ ਹੈ, ਨਿਯੰਤਰਣ ਲਗਾਤਾਰ। ਹਰ ਏਕੋ ਪੁਰਖ ਸਮਾਣਾ। ਤੇ ਇੱਕ ਪਰਮਾਤਮਾ ਹੈ ਜੋ ਪੁਰਖ ਰੂਪ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਮਾਣਾ, ਸਭ ਜੀਵਾਂ ਦੇ ਅੰਦਰ ਸਮਾਇਆ ਹੋਇਆ। ਹਰ ਏਕੋ ਪੁਰਖ ਸਮਾਣਾ। ਇਹ ਜੀਵ ਪਰਮਾਤਮਾ ਦੀ ਬੰਦਗੀ ਕਰਕੇ, ਪਰਮੇਸ਼ਰ ਦਾ ਸਿਮਰਨ ਕਰ ਕਰਕੇ ਉਸ ਪਰਮਾਤਮਾ ਦੇ ਵਿੱਚ ਤੇਰਾ ਵੀ ਸਮਾਉਣਾ ਹੋ ਜਾਵੇਗਾ। ਜੋ ਪਰਮੇਸ਼ਰ ਤੇਰੇ ਅੰਦਰ ਜੋਤ ਰੂਪ ਹੋ ਕਰਕੇ ਸਮਾਇਆ, ਪ੍ਰਕਾਸ਼ ਕਰ ਰਿਹਾ ਹੈ, ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਤੇਰਾ ਸਮਾਉਣਾ ਹੋ ਜਾਵੇਗਾ ਜੇ ਨਿਸ਼ਚੈ ਕਰਕੇ ਉਹ ਪ੍ਰਮਾਤਮਾ ਦੀ ਜੋਤ ਦੇ ਦੀਦਾਰ ਕਰ ਲਵੇ, ਪ੍ਰਮਾਤਮਾ ਨੂੰ ਸਾਖਸ਼ਾਤ ਕਰ ਲਵੇ। ਇੱਕ ਦਾਤੇ ਇੱਕ ਭੇਖਾਰੀ ਜੀ। ਹਜੂਰ ਕਹਿੰਦੇ ਹਨ ਇੱਕ ਸੰਸਾਰ ਦੇ ਜੀਵ ਪੂਰਬਲੇ ਪੁੰਨ ਕਰਮਾਂ ਦੇ ਕਰਕੇ ਦਾਤੇ ਬਣੇ ਹਨ। ਲੋੜਵੰਦਾਂ ਨੂੰ ਧਨ, ਪਦਾਰਥ, ਕੱਪੜੇ ਇਤਿਆਦਿਕ ਵਸਤੂਆਂ ਉਹ ਦੇਈ ਜਾ ਰਹੇ ਹਨ, ਦਾਨ ਕਰੀ ਜਾ ਰਹੇ ਨੇ। ਪੂਰਬਲੇ ਪੁੰਨ ਕਰਮਾਂ ਦੀ ਨਿਸ਼ਾਨੀ ਉਹਨਾਂ ਨੂੰ ਫਲ ਮਿਲਿਆ ਹੈ। ਇੱਕ ਭਿਖਾਰੀ ਜੀ, ਤੇ ਜਿਨ੍ਹਾਂ ਦੇ ਪੁੰਨ ਕਰਮ ਥੋੜ੍ਹੇ ਹਨ ਉਹ ਭਿਖਿਆ ਮੰਗ ਰਹੇ ਹਨ, ਮੰਗਤੇ ਬਣ ਬਣ ਕੇ ਉਹ ਭਿਖਿਆ ਮੰਗ ਰਹੇ ਹੈ। ਉਹ ਭਿਖਾਰੀਆਂ ਦੀ ਤਰ੍ਹਾਂ ਬਾਰ-ਬਾਰ ਝੋਲੀ ਅੱਡ ਅੱਡ ਕੇ ਮੰਗ ਰਹੇ ਹੈ। ਉਵੇਂ ਤਾਂ ਸਾਧ ਸੰਗਤ ਜੀ ਸਾਰਾ ਜਗਤ ਹੀ ਭਿਖਾਰੀ ਹੈ। ਜਿੰਨੇ ਵੀ ਅਸੀਂ ਤਮਾਮ ਸੰਸਾਰ ਭਰ ਦੀ ਜੀਵ ਸਾਰੇ ਅਸੀਂ ਮੰਗਤੇ ਹਾਂ। ਤੇ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਨੇ, ਕਹਿੰਦੇ ਕਿ ਜਿਵੇਂ ਮੰਗਤੇ ਦੀ ਮੰਗ ਤੋਂ ਪਤਾ ਲੱਗਦਾ ਕਿ ਕਿੰਨਾ ਕੁ ਵੱਡਾ ਮੰਗਤਾ ਹੈ। ਥੋੜੀ ਮੰਗ ਹੋਵੇ ਤੇ ਛੋਟੇ ਸਾਧ ਸੰਗਤ ਜੀ ਆਕਾਰ ਦਾ ਮੰਗਤਾ ਕਹਿ ਲਈਦਾ। ਫਿਰ ਇਸ ਪ੍ਰਕਾਰ ਜਿਹਦੀ ਵੱਡੀ ਮੰਗ ਹੋਵੇ ਉਹਨੂੰ ਵੱਡਾ ਮੰਗਤਾ ਕਹਿ ਦਈਦਾ ਹੈ। ਅਸਲ ਵਿੱਚ ਹੈ ਵਾਸਤਵ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਜੀਵ ਮੰਗਤੇ ਹੈ। ਸਭ ਅਸੀਂ ਸਾਧ ਸੰਗਤ ਜੀ ਭਿਖਾਰੀ ਹਾਂ। ਪ੍ਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਦਾਤਾਂ ਤਾਂ ਫਿਰ ਇੱਕ ਪ੍ਰਮਾਤਮਾ ਹੀ ਹੋਇਆ ਨਾ। ਔਰ ਇਸ ਪ੍ਰਕਾਰ ਹਜੂਰ ਨੇ ਉਚਾਰਨ ਕੀਤਾ, ਇੱਕ ਦਾਤੇ ਇੱਕ ਭਿਖਾਰੀ ਜੀ। हे ਪ੍ਰਮਾਤਮਾ ਜੀ, ਇੱਕ ਸੰਸਾਰ ਦੇ ਪੁੰਨੀ ਕਰਮ ਜਿਹੜੇ ਦਾਨ ਕਰ ਕਰਕੇ ਆਪਣੇ ਆਪ ਨੂੰ ਦਾਤੇ ਖਵਾ ਰਹੇ ਹੈ। ਇੱਕ ਉਹ ਭਿਖਾਰੀ ਹਨ ਜਿਹੜੇ ਝੋਲੀਆਂ ਅੱਡ ਅੱਡ ਕੇ ਬਾਰ-ਬਾਰ ਭਿਖਿਆ ਮੰਗ ਰਹੇ ਹੈ। हे ਮਹਾਰਾਜ, ਇਹ ਅਕਾਲ ਪੁਰਖ ਵਾਹਿਗੁਰੂ ਇੱਕ ਆਪ ਜੀ ਦਾ ਸਰੂਪ ਹੈ ਜੋ ਮਹਾਰਾਜ ਸੱਚੇ ਪਾਤਸ਼ਾਹ ਸਭ ਜੀਵਾਂ ਨੂੰ ਦਾਤੇ ਬਣ ਕੇ ਦਾਤਾਂ ਪ੍ਰਦਾਨ ਕਰੀ ਜਾ ਰਹੇ ਹੋ, ਕਰੀ ਜਾ ਰਹੇ ਹੋ, ਦਾਤਾਂ ਦੇਈ ਜਾਂਦੇ ਹੋ, ਦੇਈ ਜਾਂਦੇ ਹੋ। ਇੱਕ ਉਹ ਮਹਾਰਾਜ ਅਸੀਂ ਸੰਸਾਰ ਦੇ ਜੀਵ ਹਾਂ, ਸ਼ਰਧਾ ਰੂਪ ਝੋਲੀ ਅੱਡ ਕੇ ਆਪ ਜੀ ਦੀ ਦਰ ਤੇ ਆ ਕੇ ਮੰਗਦੇ ਹਾਂ, ਬਾਰ-ਬਾਰ ਅਸੀਂ ਦਾਤਾਂ ਮੰਗ ਰਹੇ ਹਾਂ। ਮਹਾਰਾਜ ਆਪ ਜੀ ਦੇ ਹੀ ਪੈਦਾ ਕੀਤੇ ਹੋਏ ਹਾਂ। ਸਭ ਤੇਰੇ ਚੋਜ ਵਿਡਾਣਾ। ਚੋਜ ਕਹੀਏ ਕਿ ਕੌਤਕ, ਸਭ ਮਹਾਰਾਜ ਆਪ ਜੀ ਦੇ ਹੀ ਕੌਤਕ ਹਨ। ਹੈਰਾਨੀਜਨਕ ਆਪ ਜੀ ਦੀ ਲੀਲਾ ਹੈ ਤਾਂ ਉਹ ਵੀ ਮਹਾਰਾਜ ਪੰਜਾਂ ਤੱਤਾਂ ਦੇ ਬਣੇ ਹੋਏ ਸਰੀਰ ਹੈ।
ਹੈ ਤਾਂ ਵੀ ਮਹਾਰਾਜ ਸੰਸਾਰ ਦੇ ਜੀਵਾਂ ਵਰਗੇ ਜੀਵ ਹਨ, ਪਰ ਕਈਆਂ ਦੇ ਮਹਾਰਾਜ ਪੁੰਨਾ ਕਰਕੇ, ਚੰਗੇ ਕਰਮਾਂ ਦੇ ਕਰਕੇ ਮਹਾਰਾਜ ਉਹਨਾਂ ਨੂੰ ਦਾਤੇ ਬਣਾ ਦਿੱਤਾ। ਲੋਕ ਉਹਨਾਂ ਨੂੰ ਦਾਤੇ ਕਰਕੇ ਪੂਜਾ ਕਰੀ ਜਾਂਦੇ ਹੈ। ਰੱਬ ਦੀ ਤਰ੍ਹਾਂ ਉਹਨਾਂ ਦੀ ਲੋਕ ਪੂਜਾ ਕਰਦੇ ਹੈ, ਜਿਨ੍ਹਾਂ ਦੀ ਲੋੜ ਪੂਰੀ ਕਰ ਦਿੰਦੇ, ਲੋੜ ਗਰਜ ਕਰ ਦਿੰਦੇ ਹੈ। ਸੋ ਇਸ ਪ੍ਰਕਾਰ ਸਭ ਤੇਰੇ ਚੋਜ ਵਿਡਾਣਾ, ਹੇ ਪ੍ਰਮਾਤਮਾ ਜੀ, ਸਭ ਆਪ ਜੀ ਦੇ ਹੀ ਐਸੇ ਅਚਰਜ ਕੌਤਕ ਹਨ। ਤੂੰ ਆਪੇ ਦਾਤਾ ਆਪੇ ਭੁਗਤਾ ਜੀ। ਹੇ ਪ੍ਰਮਾਤਮਾ, ਤੂੰ ਆਪ ਹੀ ਦਾਤਾ ਰੂਪ ਹੋ ਕਰਕੇ ਦਾਤਾਂ ਦੇ ਰਿਹਾ ਹੈ, ਫਿਰ ਆਪ ਹੀ ਦਾਤਾਂ ਲੈਣ ਵਾਲੇ ਜਿਹੜੇ ਮੰਗਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਦਾਤਾਂ ਲੈ ਕੇ ਭੋਗਣ ਵਾਲਾ ਵੀ ਤੇ ਇਹਨਾਂ ਦਾਤਾਂ ਨੂੰ ਵਰਤਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਹਾਉ ਤੁਧ ਬਿਨ ਆਵਰ ਨਾ ਜਾਣਾ। ਇਸ ਕਰਕੇ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਪਰਮਾਤਮਾ ਜੀ, ਆਪ ਜੀ ਤੋਂ ਬਿਨਾਂ ਅਸੀਂ ਕਿਸੇ ਨੂੰ ਹੋਰ ਨੂੰ ਜਾਣਿਆ ਨਹੀਂ ਹੈ। ਹੇ ਮਹਾਰਾਜ, ਆਪ ਜੀ ਦਾਤਾ ਰੂਪ ਵੀ ਆਪ ਜੀ ਹੀ ਹੋ, ਮੰਗਤੇ ਰੂਪ ਵੀ ਮਹਾਰਾਜ ਆਪ ਹੀ। ਕਤਹੁ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਵਚਨ ਹਨ। ਕਹਿੰਦੇ ਮਹਾਰਾਜ ਕਿਤੇ ਤਾਂ ਭਿਖਾਰੀ ਰੂਪ ਹੋ ਕਰਕੇ ਆਪ ਜੀ ਦਾਨ ਮੰਗ ਰਹੇ ਹੋ, ਤੇ ਕਿਤੇ ਮਹਾਰਾਜ ਦਾਤਾ ਰੂਪ ਹੋ ਕਰਕੇ ਦਾਤਾਂ ਪ੍ਰਦਾਨ ਕਰ ਰਹੇ ਹੋ। ਇਹ ਬ੍ਰਹਮ ਦ੍ਰਿਸ਼ਟੀ ਦੁਆਰਾ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਔਰ ਇਸ ਪ੍ਰਕਾਰ ਹਜੂਰ ਕਹਿੰਦੇ ਨੇ, ਹਾਉ ਤੁਧ ਬਿਨ ਅਵਰ ਨਾ ਜਾਣਾ। ਹੇ ਪਰਮਾਤਮਾ ਜੀ, ਆਪ ਜੀ ਤੋਂ ਬਿਨਾਂ ਅਸੀਂ ਕਿਸੇ ਹੋਰ ਨੂੰ ਜਾਣਿਆ ਨਹੀਂ ਹੈ। ਸਰਬ ਜੀਵਾਂ ਵਿੱਚ ਮਹਾਰਾਜ ਆਪ ਜੀ ਦੀ ਹੀ ਜੋਤ ਪ੍ਰਕਾਸ਼ ਰਹੀ ਹੈ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਇਹ ਪ੍ਰਮਾਤਮਾ ਤੂੰ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਹੈ, ਬੇਅੰਤ ਬੇਅੰਤ ਜੀ। ਇੱਥੇ ਸਾਧ ਸੰਗਤ ਜੀ ਪਾਠ ਦਾ ਫਰਕ ਹੈ। ਜਿਵੇਂ ਰਹਿਰਾਸ ਸਾਹਿਬ ਜੀ ਦੇ ਵਿੱਚ ਬਚਨ ਆਉਂਦਾ ਗੁਰਬਾਣੀ ਅੰਦਰ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਪਹਿਲਾਂ ਬੱਬੇ ਨੂੰ ਸਿਹਾਰੀ ਦੇ ਨਾਲ ਹੈ, ਬੱਬੇ ਸਿਹਾਰੀ ਐੜੇ ਟਿੱਪੀ ਤੇ ਤੱਤਾ ਮੁਕਤਾ। ਔਰ ਇੱਥੇ ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬੱਬੇ ਲਾਂ ਦੇ ਨਾਲ ਹੀ ਦੋਵੇਂ ਬੇਅੰਤ ਬੇਅੰਤ ਉਚਾਰਨ ਕੀਤਾ ਹੈ। ਔਰ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ। ਹੇ ਪ੍ਰਮਾਤਮਾ ਜੀ, ਆਪ ਜੀ ਦਾ ਕਿਸੇ ਪੱਖੋਂ ਵੀ ਕਦੇ ਅੰਤ ਪਾਇਆ ਨਹੀਂ ਜਾ ਸਕਦਾ। ਮਹਾਰਾਜ ਆਪ ਜੀ ਦੇ ਉਰਾਰ ਪਾਰ ਦਾ ਗੁਣਾ ਕਰਕੇ ਵੀ ਕੋਈ ਅੰਤ ਨਹੀਂ ਪਾ ਸਕਦਾ। ਮਹਾਰਾਜ ਗਿਆਨ ਕਰਕੇ ਵੀ, ਵਡਿਆਈਆਂ ਕਰਕੇ ਵੀ ਕਿਸੇ ਪੱਖੋਂ ਵੀ ਮਹਾਰਾਜ ਆਪ ਜੀ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਫਿਰ ਮਨ ਬਾਣੀ ਸਰੀਰ ਕਰਕੇ ਵੀ ਮਹਾਰਾਜ ਆਪ ਜੀ ਨੂੰ ਬੇਅੰਤ ਬੇਅੰਤ ਹੀ ਕਹਿਣਾ ਪਵੇਗਾ। ਤੇਰੇ ਕਿਆ ਗੁਣ ਆਖ ਵਖਾਣਾ। ਹੇ ਪ੍ਰਮਾਤਮਾ ਜੀ, ਆਪ ਜੀ ਦੇ ਕਿਹੜੇ ਕਿਹੜੇ ਗੁਣ ਅਸੀਂ ਕਥਨ ਕਰੀਏ, ਕਿੰਨੇ ਕੁ ਗੁਣ ਅਸੀਂ ਕਥਨ ਕਰ ਸਕਾਂਗੇ। ਮਹਾਰਾਜ ਸਾਡੀ ਆਰਬਲਾ ਪੂਰੀ ਹੋ ਜਾਵੇਗੀ। ਮਹਾਰਾਜ ਬਾਅਦ ਵਿੱਚ ਪਛਤਾਉਣਾ ਤੇ ਝੂਰਨਾ ਪਵੇਗਾ। ਜੇ ਕੋਈ ਦਾਅਵਾ ਕਰੇ ਕਿ ਅਸੀਂ ਰੱਬ ਦੇ ਗੁਣ ਗਾ ਲਵਾਂਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮੁਮਕਿਨ ਹੈ। ਤੇਰੇ ਕਿਆ ਗੁਣ ਆਖ ਵਖਾਣਾ, ਕਿਆ ਕਹੀਏ, ਕਿੰਨੇ ਕੁ ਗੁਣ ਆਪ ਜੀ ਦੇ ਕਥਨ ਕਰਾਂਗੇ। ਮਹਾਰਾਜ ਅਨੇਕਾਂ ਹੀ ਪਤਾ ਨਹੀਂ ਸੰਸਾਰ ਦੇ ਅੰਦਰ ਕਿੰਨੇ ਕੁ ਜੀਵ ਗੁਣ ਕਥਨ ਕਰਨ ਵਾਲੇ ਕਰ ਕਰਕੇ ਥੱਕ ਹਾਰ ਗਏ, ਉਮਰਾਂ ਪੂਰੀਆਂ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਗਏ, ਉਹ ਅੰਤ ਨਹੀਂ ਪਾ ਸਕੇ। ਤੇ ਮਹਾਰਾਜ ਅਸੀਂ ਕਿਵੇਂ ਅੰਤ ਪਾ ਸਕਦੇ ਹਾਂ। ਇਸ ਕਰਕੇ ਪਾਤਸ਼ਾਹ ਜੀ ਤੇਰੇ ਕਿਆ ਗੁਣ ਆਖ ਵਖਾਣਾ। ਹੇ ਪਰਮੇਸ਼ਰ ਜੀਓ, ਆਪ ਜੀ ਦੇ ਕਿੰਨੇ ਕੁ ਗੁਣ ਅਸੀਂ ਕਥਨ ਕਰ ਸਕਦੇ ਹਾਂ, ਨਾਮੁਮਕਿਨ ਹੈ। ਜੋ ਸੇਵਾ ਹੈ ਤੁਧ ਜੀ। ਹੇ ਪਿਆਰੇ ਪਰਮਾਤਮਾ ਜੀ, ਜੋ ਆਪ ਜੀ ਦੇ ਨਿਰਗੁਣ ਸਰੂਪ ਦੀ ਭਗਤੀ ਰੂਪ ਟਹਿਲ ਕਮਾਉਂਦਾ ਹੈ, ਸੇਵਾ ਕਰਦਾ ਹੈ। ਔਰ ਇਸੇ ਪ੍ਰਕਾਰ ਜੋ ਸਰਗੁਣ ਸਰੂਪ ਦੇ ਅੰਦਰ ਪ੍ਰਤੱਖ ਵੀ ਮਹਾਰਾਜ ਆਪ ਜੀ ਦੇ ਚਰਨਾਂ ਦੀ ਸੇਵਾ ਕਰਦਾ ਹੈ ਜੀ। ਜਨ ਨਾਨਕ ਤਿਨ ਕੁਰਬਾਨਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਆਖ ਰਹੇ ਹੈ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਇਹ ਗੁਰਸਿੱਖੋ ਦਿਨਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਜੋ ਨਿਰਗੁਣ ਸਰੂਪ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਰੂਪ ਟਹਿਲ ਕਰਦੇ ਹਨ। ਸਰਗੁਣ ਸਰੂਪ ਦੇ ਅੰਦਰ ਪ੍ਰਤੱਖ ਵੀ ਸ਼ਰਧਾ ਭਾਵਨਾ ਪੂਰਨ ਵਿਸ਼ਵਾਸ ਰੱਖ ਕੇ ਦਸਾਂ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਬਦ ਗੁਰੂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਜੀ ਜਾਣ ਕਰਕੇ ਸੇਵਾ ਕਰਦੇ ਨੇ। ਮਹਾਰਾਜ ਕਹਿੰਦੇ, ਇਹ ਗੁਰਸਿੱਖੋ
ਜਨ ਨਾਨਕ ਤਿਨ ਕੁਰਬਾਨਾ। ਉਹਨਾਂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਹਰ ਧਿਆਵਹਿ ਤੁਧ ਜੀ। ਹੇ ਹਰੀ ਪਿਆਰੇ ਪਰਮਾਤਮਾ, ਹੇ ਧਿਆਉਣੇ ਯੋਗ ਪਰਮੇਸ਼ਰ, ਜਿਨ੍ਹਾਂ ਨੇ ਆਪ ਜੀ ਨੂੰ ਮਨ ਬਾਣੀ ਸਰੀਰ ਕਰਕੇ ਧਿਆਇਆ ਹੈ ਜੀ। ਸੇ ਜਨ ਜੁਗ ਮਹਿ ਸੁਖ ਵਾਸੀ। ਹੇ ਮਹਾਰਾਜ, ਜੋ ਆਪ ਜੀ ਦੇ ਪਿਆਰੇ ਜਨ, ਪਿਆਰੇ ਸੇਵਕ, ਪਿਆਰੇ ਦਾਸ, ਉਸ ਕਲਯੁਗ ਦੇ ਭਿਆਨਕ ਸਮੇਂ ਅੰਦਰ ਵੀ ਮਹਾਰਾਜ ਸੁਖੀ ਵਸਦੇ ਹਨ। ਸੁਖ ਵਾਸੀ, ਤਿਨਾਂ ਨੂੰ ਮਹਾਰਾਜ ਹਰ ਪ੍ਰਕਾਰ ਦਾ ਪਰਮਾਰਥਕ ਔਰ ਵਿਵਹਾਰਕ ਸਾਰੇ ਸੁਖ ਆਪ ਜੀ ਨੇ ਬਖਸ਼ਿਸ਼ ਕੀਤੇ ਹਨ। ਤਨ ਕਰਕੇ, ਮਨ ਕਰਕੇ ਮਹਾਰਾਜ ਉਹ ਸੁਖੀ ਵਸਦੇ ਹੈ, ਜੋ ਆਪ ਜੀ ਨੂੰ ਧਿਆਉਣੇ ਯੋਗ ਹੋ ਕਰਕੇ ਪਿਆਰੇ ਪਰਮਾਤਮਾ ਜੀ ਧਿਆਵੰਦੇ ਹੈ। ਔਰ ਇਸੇ ਪ੍ਰਕਾਰ ਜੋ ਮਹਾਰਾਜ ਨਿਰਗੁਣ ਸਰੂਪ ਨੂੰ ਧਿਆਵੰਦੇ, ਉਹ ਵੀ ਸੁਖੀ ਵਸਦੇ ਹਨ। ਜੋ ਸਰਗੁਣ ਸਰੂਪ ਨੂੰ ਧਿਆ ਰਹੇ ਹਨ, ਹੇ ਪ੍ਰਮਾਤਮਾ ਜੀ, ਉਹ ਵੀ ਸੁਖੀ ਵਸ ਰਹੇ ਹਨ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀਓ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਇਸ ਪੰਕਤੀ ਅੰਦਰ ਵੀ ਸਾਧ ਸੰਗਤ ਜੀ ਪਾਠ ਦਾ ਭੇਦ ਰੱਖਦੇ ਹੋਏ ਉਚਾਰਨ ਕਰ ਰਹੇ ਨੇ। ਉਵੇਂ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਉੱਥੇ ਜੱਜੇ ਬਿਹਾਰੀ ਹੈ। ਇੱਥੇ ਆਸਾ ਰਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜੀਓ ਕਰਕੇ ਉਚਾਰਨ ਕੀਤਾ ਹੈ। ਸੋ ਪਾਤਸ਼ਾਹ ਜੀ ਫਰਮਾਉਂਦੇ ਹਨ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀਓ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਹੈ ਪ੍ਰਮਾਤਮਾ ਜੀ, ਉਹ ਜੀਵ ਮੁਕਤ ਹੋ ਗਏ ਹਨ। ਮਹਾਰਾਜ ਉਹ ਸੰਸਾਰ ਦੇ ਅੰਦਰ ਜੀਵਨ ਕਾਲ ਦੌਰਾਨ ਵੀ ਬੰਧਨਾਂ ਤੋਂ ਆਜ਼ਾਦ ਹੋ ਗਏ ਨੇ, ਜਿਨ੍ਹਾਂ ਨੇ ਆਪ ਜੀ ਨੂੰ ਧਿਆਉਣੇ ਯੋਗ ਹੋ ਕਰਕੇ ਧਿਆਇਆ ਹੈ ਜੀ। ਤਿਨ ਟੂਟੀ ਜਮ ਕੀ ਫਾਸੀ। ਔਰ ਇੱਥੇ ਵੀ ਪਾਠ ਦਾ ਭੇਦ ਰੱਖਦੇ ਹੋਏ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਤਿੰਨ ਟੂਟੀ ਜਮ ਕੀ ਫਾਸੀ। ਰਹਿਰਾਸ ਸਾਹਿਬ ਜੀ ਦੇ ਅੰਦਰ ਤੱਤੇ ਨਾਲ ਹੈ, ਤੱਤੇ ਦੁਲੰਕੜ ਤੇ ਟੈਂਕੇ ਬਿਹਾਰੀ, ਟੂਟੀ। ਤੇ ਇੱਥੇ ਸਾਧ ਸੰਗਤ ਜੀ ਦੋਵੇਂ ਟੈਂਕੇ ਅੱਖਰ ਉਚਾਰਨ ਕੀਤੇ ਹੈ, ਟੈਂਕੇ ਦੁਲੰਕੜ ਅਤੇ ਟੈਂਕੇ ਬਿਹਾਰੀ, ਟੂਟੀ ਪਾਠ ਉਚਾਰਨ ਕੀਤਾ ਹੈ। ਸੋ ਪਾਤਸ਼ਾਹ ਜੀ ਕਹਿੰਦੇ ਨੇ, ਤਿੰਨ ਟੂਟੀ ਜਮ ਕੀ ਫਾਸੀ। ਕਹਿੰਦੇ ਉਹਨਾਂ ਦੀ ਜਮਾਂ ਦੀ ਫਾਹੀ ਟੁੱਟ ਗਈ ਹੈ। ਪਰਮਾਤਮਾ ਨੇ ਤਿੰਨਾਂ ਨੂੰ ਆਜ਼ਾਦ ਕਰ ਦਿੱਤਾ ਹੈ। ਉਹ ਗੁਰਮੁਖ ਪਿਆਰੇ ਸੁਤੰਤਰ ਹੋ ਕਰਕੇ ਜੀਵਨ ਨਿਰਵਾਹ ਕਰਦੇ ਹੈ, ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ। ਜੀਵਨ ਕਾਲ ਦੌਰਾਨ ਵੀ ਉਹ ਬੰਧਨਾਂ ਤੋਂ ਆਜ਼ਾਦ ਹਨ। ਅੰਤ ਸਮੇਂ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਕੋਈ ਬੰਧਨ ਨਹੀਂ ਵਿਆਪਦਾ, ਉਹ ਗੁਰਮੁਖ ਪਿਆਰੇ ਮੁਕਤ ਹੋ ਗਏ ਹਨ ਜੀ। ਜਿਨ ਹਰਿ ਨਿਰਭਉ ਧਿਆਇਆ ਜੀਓ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਐ ਗੁਰਸਿੱਖੋ, ਜਿਨ੍ਹਾਂ ਨੇ ਭੈ ਤੋਂ ਰਹਿਤ ਪਰਮਾਤਮਾ ਨੂੰ ਧਿਆਇਆ ਹੈ, ਔਰ ਇਸੇ ਪ੍ਰਕਾਰ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਨਿਰਭੈਤਾ ਪਦਵੀ ਪਰਮਾਤਮਾ ਦੇ ਸਰੂਪ ਨੂੰ ਧਿਆਉਣਾ ਕੀਤਾ ਹੈ, ਜਿਨ੍ਹਾਂ ਨੇ ਨਿਰਗੁਣ ਸਰੂਪ ਨੂੰ ਧਿਆਇਆ ਹੈ, ਅਥਵਾ ਜਿਨ੍ਹਾਂ ਨੇ ਸਰਗੁਣ ਸਰੂਪ ਨੂੰ ਵੀ ਧਿਆਇਆ ਹੈ ਭਾਵਨਾ ਸਹਿਤ, ਤਿਨ ਕਾ ਭਾਉ ਸਭ ਗਵਾਸੀ। ਹਜੂਰ ਕਹਿੰਦੇ ਤਿਨਾਂ ਦਾ ਪਰਮਾਤਮਾ ਜੀ ਨੇ ਹਰ ਪ੍ਰਕਾਰ ਦਾ ਭੈ ਨਾਸ਼ ਕਰ ਦਿੱਤਾ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਨ੍ਹਾਂ ਨੇ ਧਿਆਇਆ ਹੈ ਜੀ, ਉਹਨਾਂ ਦਾ ਪਰਮੇਸ਼ਰ ਨੇ ਹਰ ਪ੍ਰਕਾਰ ਦਾ ਭੈ ਦੂਰ ਕਰ ਦਿੱਤਾ ਹੈ। ਕਿਸੇ ਤਰ੍ਹਾਂ ਦਾ ਡਰ ਨਹੀਂ ਪ੍ਰਮਾਤਮਾ ਨੇ ਰਹਿਣ ਦਿੱਤਾ। ਜਿਨ ਸੇਵਿਆ ਮੇਰਾ ਹਰਿ ਜੀਓ। ਹਜੂਰ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੇਵਨ ਯੋਗ ਜਾਣ ਕਰਕੇ, ਜਿਨ੍ਹਾਂ ਨੇ ਮਰ ਕਰਕੇ ਸੇਵਿਆ, ਭਗਤੀ ਰੂਪ ਟਹਿਲ ਕੀਤੀ ਹੈ, ਔਰ ਜਿਨ੍ਹਾਂ ਨੇ ਤਨ ਕਰਕੇ ਸਾਧ ਸੰਗਤ ਜੀ ਪ੍ਰਤੱਖ ਵੀ ਸੇਵਾ ਰੂਪ ਟਹਿਲ ਕੀਤੀ ਹੈ, ਜਾਂ ਮਹਾਰਾਜ ਸਾਹਿਬ ਜੀ ਦਾ ਬਚਨ ਮੰਨਣ ਰੂਪ ਜਿਨ੍ਹਾਂ ਨੇ ਟਹਿਲ ਕਮਾਈ ਹੈ। ਜਿਨ ਸੇਵਿਆ ਮੇਰਾ ਹਰਿ ਜੀਓ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦੀ ਸੇਵਾ ਕੀਤੀ ਹੈ, ਅਥਵਾ ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਨ ਰੂਪੀ ਸੇਵਾ ਨੂੰ ਕਮਾਇਆ ਹੈ, ਫਿਰ ਜਿਨ੍ਹਾਂ ਨੇ ਮੰਨਣ ਕਰਨ ਰੂਪੀ ਮਹਾਰਾਜ ਸਾਹਿਬ ਜੀ ਦੇ ਬਚਨ ਨੂੰ, ਉਪਦੇਸ਼ ਨੂੰ ਸੇਵਾ ਕੀਤੀ ਹੈ, ਤੇ ਹਰ ਰੂਪ ਸਮਾਸੀ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਰੂਪ ਹੀ ਹੋ ਗਏ, ਪ੍ਰਮਾਤਮਾ ਦੇ ਵਿੱਚ ਹੀ ਸਮਾ ਗਏ ਹਨ। ਉਹ ਪਰਮੇਸ਼ਰ ਜੀ ਦੀ ਅਭੇਰਤਾ ਤਿਨਾਂ ਨੇ ਪਾ ਲਈ ਹੈ। ਕਿਹਨਾਂ ਨੇ?
ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣ ਕੇ ਫਿਰ ਹਿਰਦੇ ਕਰਕੇ ਮੰਨਿਆ ਹੈ, ਜਿਨ੍ਹਾਂ ਨੇ ਪਿਆਰ ਸਹਿਤ ਹੋ ਕਰਕੇ ਸੇਵਾ ਕਮਾਈ ਹੈ। ਸਤ ਸੰਗਤ ਜੀ ਵੀ ਇੱਕ ਬੜੀ ਵੱਡੀ ਸੇਵਾ ਹੈ। ਸਭ ਤੋਂ ਉੱਤਮ ਭਗਤੀ ਇਹ ਵੀ ਸੇਵਾ ਹੈ ਜੋ ਮਹਾਰਾਜ ਸਾਹਿਬ ਜੀ ਦੀ ਕਥਾ ਕੀਰਤਨ ਗੁਰੂ ਕੀ ਬਾਣੀ ਦਾ ਪਾਠ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਨਾ ਹੈ ਤੇ ਸੁਣ ਕਰਕੇ ਮੰਨਣਾ ਉਹਦੇ ਨਾਲੋਂ ਵੱਡੀ ਸਾਧ ਸੰਗਤ ਜੀ ਸੇਵਾ ਹੈ। ਮੰਨ ਕੇ ਜੀਵਨ ਦੇ ਵਿੱਚ ਕਮਾਈ ਕਰਨੀ ਉਹ ਸਭ ਤੋਂ ਉੱਤਮ ਪਰਮ ਸੇਵਾ ਮੰਨੀ ਗਈ ਹੈ। ਸੋ ਇਸ ਕਰਕੇ ਪਾਤਸ਼ਾਹ ਹਜੂਰ ਕਹਿੰਦੇ ਨੇ ਤੇ ਹਰ ਹਰ ਰੂਪ ਸਮਾਸੀ, ਉਹ ਪਰਮਾਤਮਾ ਦਾ ਹੀ ਰੂਪ ਹੋ ਗਏ ਨੇ, ਪਰਮੇਸ਼ਰ ਦੇ ਵਿੱਚ ਸਮਾ ਗਏ ਨੇ, ਜਿਨ੍ਹਾਂ ਨੇ ਬੜੇ ਪਿਆਰ ਸਹਿਤ ਹੋ ਕਰਕੇ ਮਹਾਰਾਜ ਸਾਹਿਬ ਜੀ ਦੀ ਸੇਵਾ ਕਮਾਈ ਹੈ। ਸੇ ਧਨ ਜਿਨ ਹਰ ਧਿਆਇਆ ਜੀਓ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਐ ਗੁਰਸਿੱਖੋ, ਉਹਨਾਂ ਨੂੰ ਧੰਨ ਕਹੋ, ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹਨਾਂ ਨੂੰ ਧੰਨਤਾ ਦੇ ਯੋਗ ਕਹੋ। ਐਸੇ ਗੁਰਮੁਖ ਪਿਆਰੇ ਜੋ ਹਨ। ਜਨ ਨਾਨਕ ਤਿਨ ਬਲ ਜਾਸੀ। ਸੇ ਧਨ ਜਿਨ ਹਰ ਧਿਆਇਆ ਜੀਓ, ਜਿਨ੍ਹਾਂ ਨੇ ਸਾਧ ਸੰਗਤ ਜੀ ਧਿਆਨ ਧਾਰਨ ਕਰਕੇ ਪ੍ਰਮਾਤਮਾ ਨੂੰ ਧਿਆਇਆ ਹੈ। ਕਿਉਂਕਿ ਗਾਈ ਦਾ ਰਸਨਾ ਕਰਕੇ ਹੈ, ਜ਼ੁਬਾਨ ਤੋਂ ਪ੍ਰਮਾਤਮਾ ਦੇ ਜਸ ਗਾਈਦਾ ਹੈ ਤੇ ਧਿਆਈ ਦਾ ਹਿਰਦੇ ਕਰਕੇ ਹੈ। ਧਿਆਨ ਬਿਰਤੀ ਦੁਆਰਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅੰਤਰਮੁਖੀ ਹੋ ਕੇ ਪ੍ਰਮਾਤਮਾ ਦਾ ਧਿਆਨ ਧਾਰਨ ਕੀਤਾ ਉਹ ਜਾਣੋ ਕਿ ਧੰਨਤਾ ਦੇ ਯੋਗ ਹਨ। ਸੇ ਧੰਨ ਉਹਨਾਂ ਨੂੰ ਜਨਮ ਦੇਣ ਵਾਲੇ ਵੀ ਧੰਨਤਾ ਦੇ ਯੋਗ ਹੈ, ਉਹ ਆਪ ਵੀ ਧੰਨਤਾ ਦੇ ਯੋਗ ਹਨ ਜੀ। ਜਨ ਨਾਨਕ ਤਿਨ ਬਲ ਜਾਸੀ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਉਹਨਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਬਲ ਜਾਸੀ, ਬਲ ਹਾਰ ਕੇ ਨਿਮਰਤਾਵਾਨ ਹੋ ਕਰਕੇ ਤਿਨਾਂ ਤੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਤੇਰੀ ਭਗਤ ਭੰਡਾਰ ਜੀ। ਇਹ ਪਿਆਰੇ ਪ੍ਰਮਾਤਮਾ ਜੀ, ਆਪ ਜੀ ਦੀ ਭਗਤੀ ਦੇ ਭੰਡਾਰੇ ਬੇਅੰਤ ਭਰੇ ਪਏ ਹਨ। ਨਿਰਗੁਣ ਸਰੂਪ ਦੀ ਮਹਾਰਾਜ ਭਗਤੀ ਦੇ ਭੰਡਾਰੇ ਭਰੇ ਹਨ, ਫਿਰ ਸਰਗੁਣ ਸਰੂਪ ਦੀ ਭਗਤੀ ਦੇ ਭੰਡਾਰੇ ਬੇਅੰਤ ਹੀ ਭਰੇ ਹਨ ਜੀ। ਭਰੇ ਬੇਅੰਤਾ। ਇਹ ਮਹਾਰਾਜ ਇੰਨੇ ਜ਼ਿਆਦਾ ਭੰਡਾਰੇ ਭਰੇ ਹੈ ਕਿ ਉਹਨਾਂ ਦਾ ਅੰਤ ਨਾ ਪਾਇਆ ਸੀ, ਨਾ ਕੋਈ ਆਉਣ ਵਾਲੇ ਸਮੇਂ ਵਿੱਚ ਪਾ ਸਕੇਗਾ। ਭਰੇ ਬੇਅੰਤਾ। ਮਹਾਰਾਜ ਕਹਿੰਦੇ ਕਿ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈ, ਬੇਅੰਤ ਭੰਡਾਰੇ ਭਰੇ ਪਏ ਹਨ ਮਹਾਰਾਜ ਆਪ ਜੀ ਦੀ ਭਗਤੀ ਦੇ। ਤੇਰੇ ਭਗਤ ਸਲਾਹਨ ਤੁਧ ਜੀ। ਇਹ ਪਿਆਰੇ ਪ੍ਰਮਾਤਮਾ ਜੀ, ਆਪ ਜੀ ਦੇ ਪਿਆਰੇ ਜੋ ਭਗਤ ਹਨ ਮਹਾਰਾਜ, ਆਪ ਜੀ ਦੇ ਪਿਆਰੇ ਜੋ ਭਗਤ ਹਨ ਜੋ ਆਪ ਜੀ ਦੀ ਹੀ ਸਲਾਹੁਣਾ ਕਰਦੇ ਰਹਿੰਦੇ ਹੈ, ਉਹ ਸੰਸਾਰ ਦੇ ਅੰਦਰ ਕਿਸੇ ਜੀਵ ਦੀ ਖੁਸ਼ਾਮਦ ਨਹੀਂ ਕਰਦੇ, ਨਾ ਕਿਸੇ ਦਾ ਭੈ ਰੱਖਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਉਹ ਕੇਵਲ ਅਕਾਲ ਪੁਰਖ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਪਰਮਾਤਮਾ ਦੀ ਹੀ ਬੰਦਗੀ ਕਰਦੇ ਰਹਿੰਦੇ ਹਨ। ਕੇਵਲ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਜਸ ਗਾਉਂਦੇ ਹੈ। ਐਸੇ ਮਹਾਰਾਜ ਕਹਿੰਦੇ ਹੈ ਪ੍ਰਮਾਤਮਾ ਆਪ ਜੀ ਦੇ ਪਿਆਰੇ ਭਗਤ ਹਨ। ਹੇ ਮਹਾਰਾਜ ਜੋ ਆਪ ਜੀ ਦੀ ਹੀ ਸਲਾਹੁਣਾ ਕਰਦੇ ਹਨ ਜੀ। ਹਰ ਅਨੇਕ ਅਨੰਤਾ। ਫਿਰ ਮਹਾਰਾਜ ਕਹਿੰਦੇ ਕਿ ਆਪ ਜੀ ਦੇ ਪਿਆਰੇ ਭਗਤ ਅਨੇਕ ਭਾਵ ਅਨੇਕਾਂ ਹੀ ਹਨ। ਭਗਤੀ ਵੀ ਮਹਾਰਾਜ ਅਨੇਕਾਂ ਪ੍ਰਕਾਰ ਦੀ ਹੈ। ਭਗਤੀ ਨੂੰ ਮਹਾਰਾਜ ਕਰਨ ਦੇ ਢੰਗ ਤਰੀਕੇ ਵੀ ਅਨੇਕਾਂ ਪ੍ਰਕਾਰ ਦੇ ਹਨ। ਭਗਤੀ ਨੂੰ ਕਰਨ ਵਾਲੇ ਵੀ ਮਹਾਰਾਜ ਅਨੇਕਾਂ ਹੀ ਹੈ। ਅਨੰਤਾ ਕਹੀਏ ਕਿ ਜਿਹਦਾ ਕਦੇ ਅੰਤ ਨਹੀਂ ਪਾਇਆ ਜਾ ਸਕਦਾ, ਉਹਨੂੰ ਅਨੰਤ ਕਿਹਾ ਜਾਂਦਾ ਹੈ। ਜਿਵੇਂ ਬੇਅੰਤ ਸ਼ਬਦ ਆਇਆ ਜਿਸ ਦਾ ਅੰਤ ਨਹੀਂ ਹੈ, ਔਰ ਅਨੰਤਾ ਦਾ ਵੀ ਇਹੀ ਅਰਥ ਹੈ ਕਿ ਜਿਹਦਾ ਕਦੇ ਅੰਤ ਪਾਇਆ ਹੀ ਨਹੀਂ ਜਾ ਸਕਦਾ। ਮਹਾਰਾਜ ਭਗਤੀ ਦੇ ਭੰਡਾਰੇ ਵੀ ਆਪ ਜੀ ਦੇ ਬੇਅੰਤ ਹਨ। ਭਗਤੀ ਕਰਨੇ ਦੇ ਢੰਗ ਤਰੀਕੇ ਯੁਗਤੀਆਂ ਵੀ ਮਹਾਰਾਜ ਵੱਖੋ ਵੱਖਰੀਆਂ ਬੇਅੰਤ ਹਨ। ਫਿਰ ਭਗਤੀ ਕਰਨ ਵਾਲੇ ਵੀ ਮਹਾਰਾਜ ਬੇਅੰਤ ਹਨ ਜੀ। ਤੇਰੀ ਅਨੇਕ ਕਰਹਿ ਹਰ ਪੂਜਾ ਜੀ। ਇਹ ਪਿਆਰੇ ਪ੍ਰਮਾਤਮਾ ਜੀ, ਅਨੇਕਾਂ ਪ੍ਰਕਾਰ ਜੀ ਦੀ ਆਪ ਜੀ ਦੀ ਪੂਜਾ ਹੈ। ਤੇਰੀ ਅਨੇਕ ਕਰਹਿ ਹਰ ਪੂਜਾ ਜੀ। ਤੇ ਪੂਜਾ ਕਰਨ ਵਾਲੇ ਵੀ ਅਨੇਕਾਂ ਹੀ ਸੰਸਾਰ ਦੇ ਜੀਵ ਹਨ, ਪੂਜਕ ਬਣ ਕਰਕੇ ਪੂਜਾ ਕਰ ਰਹੇ ਹੈ। ਕੋਈ ਸਾਧ ਸੰਗਤ ਜੀ ਪੱਥਰਾਂ ਦੀ ਪੂਜਾ ਕਰਦਾ, ਕੋਈ ਨਿਰਗੁਣ ਸਰੂਪ ਦੀ ਪੂਜਾ ਕਰਨ ਵਿੱਚ ਲੱਗਾ ਹੋਇਆ ਹੈ।
ਕੋਈ ਸਰਗੁਣ ਸਰੂਪ ਦੀ ਪੂਜਾ ਦਾ ਕਰਨ ਵਾਲਾ ਉਪਾਸ਼ਕ ਬਣਿਆ ਹੈ। ਤਪ ਤਾਪਹਿ ਜਪਹਿ ਬੇਅੰਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਈ ਤਪ ਕਰਨ ਵਾਲੇ ਤਪਸਵੀ ਹਨ। ਉਹ ਆਪਣੇ ਜੀਵਨ ਕਾਲ ਦੌਰਾਨ ਤਪੱਸਿਆ ਕਰਦੇ ਆ, ਸਰੀਰ ਨੂੰ ਬਾਰ-ਬਾਰ ਤਪਾਉਂਦੇ ਹਨ। ਤਪ ਤਾਪਹਿ ਜਪਹਿ ਬੇਅੰਤਾ। ਤੇ ਕੋਈ ਦੇਵਤਿਆਂ ਤੋਂ ਜਪਹਿ ਜਾਪ ਲੈ ਕਰਕੇ ਜਾਪ ਕਰਦੇ ਹਨ, ਜਾਪ ਮੰਤਰ ਦਾ ਬਾਰ-ਬਾਰ ਮੰਤਰ ਜਪਦੇ ਰਹਿੰਦੇ ਹੈ। ਇਸ ਪ੍ਰਕਾਰ ਬੇਅੰਤਾ ਹੈ, ਬੇਅੰਤ ਹੈ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤਪ ਤਾਪਹਿ, ਤਪ ਵੀ ਇੱਕ ਪ੍ਰਕਾਰ ਦਾ ਨਹੀਂ ਹੈ। ਜਿਵੇਂ ਪ੍ਰਮੁੱਖ ਰਾਜਸੀ, ਤਾਮਸੀ ਤੇ ਸਾਧਕੀ 3 ਪ੍ਰਕਾਰ ਦਾ ਤਪ ਕਥਨ ਕਰੀਦਾ ਹੈ। ਫਿਰ ਅੱਗੇ ਮਹਾਰਾਜ ਕਹਿੰਦੇ ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੇ ਹੋਰ ਤਪ ਹਨ। ਫਿਰ ਧੂਣੀਆਂ ਤਾਉਣ ਵਾਲੇ, ਇਸ ਪ੍ਰਕਾਰ ਹੋਰ ਵੀ ਸਾਧ ਸੰਗਤ ਜੀ ਦਲ ਧਾਰਾ ਆਦਿ ਕਰਨ ਵਾਲੇ ਤਪਸਵੀ ਜਿਹੜੇ ਸੰਸਾਰ ਭਰ ਦੇ ਲੋਕ ਮਹਾਰਾਜ ਕਹਿੰਦੇ ਉਹ ਬੇਅੰਤ ਹਨ ਜੀ। ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ। ਇਹ ਪਿਆਰੇ ਪਰਮਾਤਮਾ ਜੀ, ਅਨੇਕਾਂ ਹੀ ਆਪ ਜੀ ਦੀ ਪੈਦਾ ਕੀਤੇ ਹੋਏ ਸਿਮਰਤੀਆਂ 27 ਸਿਮਰਤਿਆਂ ਦੇ ਪਾਠ ਪੜ੍ਹਨ ਵਾਲੇ ਹਨ। ਫਿਰ ਮਹਾਰਾਜ 6 ਸ਼ਾਸਤਰਾਂ ਨੂੰ ਪੜ੍ਹਨ ਵਾਲੇ ਹੈ। ਇਤਿਆਦਿਕ ਮਹਾਰਾਜ ਹੋਰ ਵੀ ਗ੍ਰੰਥਾਂ ਨੂੰ ਪੜ੍ਹਨ ਵਾਲੇ ਅਨੇਕਾਂ ਹੀ ਹਨ ਜੀ। ਕਰ ਕਿਰਿਆ ਖਟ ਕਰਮ ਕਰੰਤਾ। ਤੇ ਮਹਾਰਾਜ ਕਿਹੜੇ ਕਰ ਕਿਰਿਆ ਭਾਵ ਨੇਤੀ ਧੋਤੀ ਆਦਿਕ ਨਿਵਲ ਭਯੰਗਮ ਸਾਧੇ ਵਾਲਾ ਐਸੀ ਕਿਰਿਆ ਕਰਦੇ ਰਹਿੰਦੇ ਹੈ। ਖਟ ਕਰਮ ਕੋਈ 6 ਕਰਮ ਹੀ ਹਨ। ਜਿਵੇਂ ਦਾਨ ਕਰਨਾ, ਦਾਨ ਲੈਣਾ, ਜਗ ਕਰਨਾ ਤੇ ਕਰਾਉਣਾ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ, ਇਹਨਾਂ ਨੂੰ ਖਟ ਕਰਮ ਕਿਹਾ ਜਾਂਦਾ ਹੈ। ਕਰੰਤਾ ਕਹੀਏ ਕਿ ਜਿਹੜੇ ਕਰ ਰਹੇ ਹੈ, ਪਹਿਲਾਂ ਵੀ ਕਰਦੇ ਸੀ, ਹੁਣ ਵੀ ਕਰਦੇ ਆ, ਆਉਣ ਵਾਲੇ ਸਮੇਂ ਵਿੱਚ ਵੀ ਕਰਨਗੇ। ਇਸ ਪ੍ਰਕਾਰ ਕਰ ਕਿਰਿਆ ਖਟ ਕਰਮ ਕਰੰਤਾ, ਕਰਮ ਕਿਰਿਆ ਔਰ 6 ਖਟ ਕਰਮੀ ਜਿਹੜੇ ਮਹਾਰਾਜ ਅਨੇਕਾਂ ਹੀ ਆਪ ਜੀ ਦੇ ਪੈਦਾ ਕੀਤੇ ਹੋਏ ਹਨ ਜੀ। ਸੇ ਭਗਤ ਭਲੇ ਜਨ ਨਾਨਕ ਜੀ। ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਭਗਤਾਂ ਦੇ ਵਿੱਚੋਂ ਉਹ ਭਲੇ ਹਨ, ਉਹ ਭਲੇ ਹਨ, ਚੰਗੇ ਜੀਵਨ ਵਾਲੇ ਹਨ, ਭਗਤ ਹਨ ਜੀ। ਜੋ ਭਾਵਹਿ ਮੇਰੇ ਹਰਿ ਭਗਵੰਤਾ। ਹੇ ਮੇਰੇ ਪਿਆਰੇ ਪਰਮਾਤਮਾ ਜੀ, ਖੱਡ ਭਗਾ ਸੰਪੰਨ ਭਗਵੰਤਾ ਪਰਮੇਸ਼ਰ ਜੀ, ਜੋ ਆਪ ਜੀ ਨੂੰ ਭਾਵਦੇ ਹਨ, ਜਿਨ੍ਹਾਂ ਦੇ ਹਿਰਦੇ ਦੀ ਭਾਵਨਾ ਆਪ ਜੀ ਨੂੰ ਭਾਵਦੀ ਹੈ, ਉਹ ਭਗਤ ਭਲੇ ਹਨ। ਕਿਉਂਕਿ ਸਾਧ ਸੰਗਤ ਜੀ, ਭਗਤ ਬਣਨਾ ਵੀ ਬੜਾ ਦੁੱਤਰ ਹੈ। ਪਰਮਾਤਮਾ ਕਿਰਪਾ ਕਰਕੇ ਹਿਰਦੇ ਅੰਦਰ ਪ੍ਰੇਮਾ ਭਗਤੀ ਦੀ ਦਾਤ ਬਖਸ਼ੇ ਤਾਂ ਪੂਰਨ ਭਗਤ ਬਣੀਦਾ ਹੈ। ਉਵੇਂ ਅਖਵਾ ਲੈਣਾ ਸੌਖਾ ਹੈ, ਪਰ ਪੂਰਨ ਭਗਤ ਬਣਨਾ ਬੜਾ ਔਖਾ ਹੈ। ਪ੍ਰੇਮਾ ਭਗਤੀ ਪਰਮਾਤਮਾ ਦੇ ਬੰਦਗੀ ਵਿੱਚ ਲੀਨ ਹੋ ਕਰਕੇ ਰਹਿਣਾ। ਸੋ ਇਸ ਕਰਕੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਜੋ ਮੇਰੇ ਪਿਆਰੇ ਪਰਮੇਸ਼ਰ ਨੂੰ ਭਾਵਦੇ ਉਹ ਅਸਲ ਦੇ ਵਿੱਚ ਭਲੇ ਭਗਤ ਹਨ, ਸਭ ਤੋਂ ਸ਼੍ਰੋਮਣੀ ਤੇ ਚੰਗੇ ਭਗਤ ਹਨ ਜੀ। ਤੂੰ ਆਦ ਪੁਰਖ ਅਪਰੰਪਰ ਕਰਤਾ ਜੀ। हे ਅਕਾਲ ਪੁਰਖ ਪ੍ਰਮਾਤਮਾ, ਤੂੰ ਸਾਰੇ ਜੀਵਾਂ ਦਾ ਆਦ ਮੂਲ ਸਰੂਪ ਹੈ, ਪੁਰਸ਼ਾਰਥ ਕਰਨ ਵਾਲਾ ਹੈ, ਅਪਰੰਪਰ ਪਰੇ ਤੋਂ ਪਰੇ ਹੈ, ਪ੍ਰਕਿਰਤੀ ਵਿੱਚ ਰਹਿੰਦਾ ਹੋਇਆ ਵੀ ਪ੍ਰਮਾਤਮਾ ਪਰੇ ਹੈ ਜੀ। ਤੁਧ ਜੇ ਵੱਡ ਅਵਰ ਨਾ ਕੋਈ। ਤੇ ਪ੍ਰਮਾਤਮਾ ਜੀ ਆਪ ਜੀ ਵੱਡਾ ਕੋਈ ਹੋਰ ਨਹੀਂ ਸੀ, ਨਾ ਹੈ, ਨਾ ਹੋਵੇਗਾ। ਮਹਾਰਾਜ ਜਿੰਨਾ ਵੱਡਾ ਆਪ ਜੀ ਦਾ ਸਰੂਪ ਹੈ, ਕੋਈ ਮਹਾਰਾਜ ਇੰਨੇ ਵੱਡੇ ਆਕਾਰ ਦਾ ਹੋ ਹੀ ਨਹੀਂ ਸਕਦਾ। ਤੁਧ ਜੇ ਵੱਡ ਮਹਾਰਾਜ ਸ਼ਕਤੀਆਂ ਕਰਕੇ ਵੀ ਨਹੀਂ ਹੋ ਸਕਦਾ। ਇਸ ਪ੍ਰਕਾਰ ਗੁਣਾਂ ਕਰਕੇ, ਗਿਆਨ ਕਰਕੇ, ਵਡਿਆਈਆਂ ਕਰਕੇ, ਉਪਮਾ ਕਰਕੇ ਮਹਾਰਾਜ ਕਿਸੇ ਪੱਖੋਂ ਵੀ ਆਪ ਜੀ ਜਿੰਨਾ ਵੱਡਾ ਕੋਈ ਹੋ ਨਹੀਂ ਸਕਦਾ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। हे ਪ੍ਰਮਾਤਮਾ, ਤੂੰ ਜੁਗਾਂ ਜੁਗਾਂ ਵਿੱਚ ਇੱਕੋ ਹੀ ਵਰਤ ਰਿਹਾ ਹੈ। ਇੱਕ ਅਕਾਲ ਪੁਰਖ ਪਰਮੇਸ਼ਰ ਆਪ ਜੀ ਦਾ ਹੀ ਐਸਾ ਸਰੂਪ ਹੈ ਜੋ ਆਦਿ ਕਾਲ ਦੇ ਵਿੱਚ ਵੀ ਇੱਕੋ ਸੀ, ਜੁਗਾਂ ਜੁਗਾਂ ਦੇ ਵਿੱਚ ਵੀ, ਸਤਿਯੁਗ ਤ੍ਰੇਤੇ ਦੁਆਪਰ ਹੁਣ ਕਲਯੁਗ ਦੇ ਵਿੱਚ ਵੀ ਇੱਕੋ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮਹਾਰਾਜ ਇੱਕ ਆਪ ਜੀ ਦਾ ਸਰੂਪ ਹੋਵੇਗਾ ਜੀ। ਤੂੰ ਨਿਹਚਲ ਕਰਤਾ ਸੋਈ। ਕਿਉਂਕਿ ਪ੍ਰਮਾਤਮਾ ਆਪ ਜੀ ਦਾ ਸਰੂਪ ਕਦੇ ਚਲਾਇਮਾਨ ਹੋਣ ਵਾਲਾ ਨਹੀਂ ਹੈ, ਅਚਲ ਹੈ, ਨਿਹਚਲ ਸਰੂਪ ਹੈ। ਮਹਾਰਾਜ ਜੋ ਵੀ ਸੰਸਾਰ ਭਰ ਦੇ ਜੀਵ ਹਨ, ਪ੍ਰਕਿਰਤੀ ਦੇ ਅੰਦਰ ਜੀਵ ਜੰਤੂ ਹੈ, ਸਭ ਚਲਾਇਮਾਨ ਹੋ ਜਾਣ ਵਾਲੇ ਨੇ।
ਕੇਵਲ ਪਰਮੇਸ਼ਰ ਜੀ ਆਪ ਜੀ ਦਾ ਹੀ ਐਸਾ ਸਰੂਪ ਹੈ ਜੋ ਨੇਚਰ ਸਰੂਪ ਹੈ, ਸਦਾ ਅਚਲ ਰਹਿਣ ਵਾਲਾ ਹੈ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਮਹਾਰਾਜ ਸਦਾ ਰਹਿਣ ਵਾਲਾ ਆਪ ਜੀ ਦਾ ਕੇਵਲ ਸਰੂਪ ਹੈ। ਬਾਕੀ ਤਾਂ ਜੋ ਕੁਝ ਵੀ ਪੈਦਾ ਹੋਇਆ ਸਭ ਕੁਝ ਨਾਸ਼ਵਾਨ ਹੈ ਜੀ। ਤੁਧ ਆਪੇ ਭਾਵੈ ਸੋਈ ਵਰਤੈ ਜੀ। हे ਪਰਮੇਸ਼ਰ ਜੀ, ਜੋ ਆਪ ਜੀ ਨੂੰ ਭਾਵੰਦਾ ਸੀ ਉਹ ਕੁਝ ਵਰਤਦਾ ਸੀ, ਹੁਣ ਵੀ ਜੋ ਭਾ ਰਿਹਾ ਵਰਤ ਰਿਹਾ, ਜੋ ਭਾਵੇਗਾ ਆਉਣ ਵਾਲੇ ਸਮੇਂ ਵਿੱਚ ਵੀ ਉਹ ਵਰਤੇਗਾ ਜੀ। ਤੂੰ ਆਪੇ ਕਰਹਿ ਸੋ ਹੋਈ। हे ਪ੍ਰਮਾਤਮਾ ਜੀ, ਜੋ ਤੂੰ ਆਪ ਕਰਦਾ ਹੈ, हे ਅਕਾਲ ਪੁਰਖ ਵਾਹਿਗੁਰੂ ਜੀ, ਉਹ ਕੁਝ ਹੀ ਹੁੰਦਾ ਹੈ। ਸੋ ਹੋਈ। ਮਹਾਰਾਜ ਕਹਿੰਦੇ ਆਪਣੇ ਬਲ ਦੇ ਨਾਲ ਕੋਈ ਨਾ ਕਰ ਸਕਿਆ ਸੀ, ਨਾ ਕਰ ਸਕਦਾ, ਨਾ ਕਰ ਸਕੇਗਾ। ਇਹ ਪ੍ਰਮਾਤਮਾ ਜੋ ਕੁਝ ਆਪ ਜੀ ਨੂੰ ਭਾਵੰਦਾ ਹੈ, ਮਹਾਰਾਜ ਆਪ ਹੀ ਕਰਨ ਵਾਲੇ ਹੋ ਜੀ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। हे ਪ੍ਰਮਾਤਮਾ, ਆਪ ਜੀ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਜੀ। ਤੁਧ ਆਪੇ ਸਿਰਜ ਸਭ ਗੋਈ। ਤੇ ਜਦੋਂ ਮਹਾਰਾਜ ਆਪ ਜੀ ਮਹਾਪਰਲਾ ਕਰਨੀ ਚਾਹੋ, ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਅਲੋਪ ਕਰਨੇ ਚਾਹੋ, ਆਪਣੇ ਸਰੂਪ ਦੇ ਵਿੱਚ ਸਮੇਟਣੀ ਚਾਹੋ ਤੇ ਮਹਾਪਰਲੋ ਕਰ ਦਿੰਦੇ ਹੋ। ਤੁਧ ਆਪੇ ਸਿਰਜ ਸਭ ਗੋਈ। ਗੋਈ ਨਾਮ ਹੈ ਛਪਾਉਣ ਦਾ, ਤੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਹੀ ਪਰਮਾਤਮਾ ਛਪਾ ਲੈਂਦਾ। ਫਿਰ ਨਾ ਦਿਨ ਹੁੰਦਾ, ਨਾ ਰਾਤ ਹੁੰਦੀ ਹੈ, ਨਾ ਧੁੱਪ ਹੁੰਦੀ, ਨਾ ਛਾਂ ਹੁੰਦੀ ਹੈ, ਨਾ ਕਿਸੇ ਦਾ ਜਨਮ ਹੁੰਦਾ, ਨਾ ਮਰਨ ਹੁੰਦਾ ਹੈ, ਨਾ ਖੁਸ਼ੀ, ਨਾ ਗਮੀ, ਦੁੱਖ, ਨਾ ਸੁੱਖ, ਕੁਝ ਵੀ ਨਹੀਂ। ਫਿਰ ਕੇਵਲ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੁਨ ਸਮਾਧੀ ਵਿੱਚ ਆਪ ਹੀ ਕੇਵਲ ਪਰਮਾਤਮਾ ਰਹਿ ਜਾਂਦਾ ਹੈ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹਨ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਮਹਾਰਾਜ ਆਪ ਜੀ ਨੇ ਆਪਣੇ ਸਰੂਪ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਜੀ, ਔਰ ਇਸੇ ਤਰ੍ਹਾਂ ਆਪ ਹੀ ਮਹਾਰਾਜ ਮਹਾਪਰਲੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਛਪਾਉਣ ਵਾਲੇ ਹੋ, ਅਲੋਪ ਕਰਨ ਵਾਲੇ ਹੋ ਜੀ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸ਼ਬਦ ਦੀ ਸਮਾਪਤੀ ਵਿੱਚ ਫਰਮਾਨ ਕਰ ਰਹੇ ਹੈ, हे ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਮਹਾਰਾਜ ਗੁਣ ਗਾਵਣਾ ਕੀਤੇ ਹੈ, ਅਥਵਾ ਗੁਰਸਿੱਖੋ ਕਰਤੇ ਕਰਨ ਹਾਰੇ। ਸ੍ਰਿਸ਼ਟੀ ਦੇ ਰਚੇਤੇ ਪ੍ਰਮਾਤਮਾ ਦੇ ਗੁਣ ਗਾਵਣਾ ਕਰੋ ਜੀ। ਜੋ ਸਭ ਸੈ ਕਾ ਜਾਣੋਈ। ਜੋ ਪ੍ਰਮਾਤਮਾ ਸਭ ਜੀਵਾਂ ਦਾ ਜਾਣੋਈ, ਸਭ ਨੂੰ ਜਨਮ ਦੇਣ ਵਾਲਾ ਹੈ, ਸਭ ਨੂੰ ਜਣਨ ਵਾਲਾ ਹੈ, ਸਭ ਨੂੰ ਪੈਦਾ ਕਰਨ ਵਾਲਾ ਹੈ, ਉਸ ਪਿਆਰੇ ਪ੍ਰਮਾਤਮਾ ਦੇ ਗੁਣ ਗਾਉਣਾ ਕਰੀਏ ਜੀ। ਜੋ ਸਭ ਸੈ ਕਾ ਜਾਣੋਈ, ਜਿਸ ਪ੍ਰਮਾਤਮਾ ਨੂੰ ਹਰ ਕੋਈ ਜਾਣਦਾ ਹੈ ਕਿ ਇੱਕ ਪ੍ਰਮਾਤਮਾ ਹੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ, ਜੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜੋ ਸ਼ਬਦ ਉਚਾਰਨ ਕੀਤਾ ਹੈ, ਇੱਥੇ ਸਮਾਪਤੀ ਹੋਈ ਹੈ। ਅਗਲਾ ਸ਼ਬਦ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਸਾ ਰਾਗ ਦੇ ਵਿੱਚ ਹੈ। ਇਹ ਵੀ ਸ਼ਬਦ ਸਾਧ ਸੰਗਤ ਜੀ ਰਹਿਰਾਸ ਸਾਹਿਬ ਜੀ ਬਾਣੀ ਵਿੱਚ ਵੀ ਆਉਂਦਾ, ਔਰ ਇਹ ਸ਼ਬਦ ਦੀ ਉਥਾਨਕਾ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਸੱਚਖੰਡ ਦੇ ਵਿੱਚ ਗਏ ਸਨ, ਵੇਈ ਨਦੀ ਅੰਦਰ ਪ੍ਰਵੇਸ਼ ਹੋ ਕੇ 3 ਦਿਨ ਬਾਅਦ ਜਦੋਂ ਮਹਾਰਾਜ ਸਾਹਿਬ ਜੀ ਬਾਹਰ ਆਏ ਸਨ ਮੂਲ ਮੰਤਰ ਦੀ ਦਾਤ ਲੈ ਕੇ ਪਰਮਾਤਮਾ ਜੀ ਤੋਂ, ਉਸ ਸਮੇਂ ਭਾਈ ਭਗੀਰਥ ਜੀ ਜੋ ਮਹਾਰਾਜ ਸਾਹਿਬ ਜੀ ਦੀ ਵਸਤਰ ਲੈ ਕੇ ਬਾਹਰ ਸਤਿਗੁਰਾਂ ਦੀ ਉਡੀਕ ਕਰ ਰਿਹਾ ਸੀ, ਹਜੂਰ ਜਦੋਂ ਬਾਹਰ ਪ੍ਰਗਟ ਹੋਏ ਨੇ, ਵੇਈ ਨਦੀ ਤੋਂ ਬਾਹਰ ਆਏ ਨੇ, ਤੇ ਮਹਾਰਾਜ ਸਾਹਿਬ ਜੀ ਨੇ ਭਾਈ ਭਗੀਰਥ ਨੂੰ ਬਚਨ ਕੀਤਾ ਕਿ ਜਾਓ ਸਾਡੇ ਭੈਣ ਜੀ ਬੇਬੇ ਨਾਨਕੀ ਜੀ ਨੂੰ ਕਹੋ ਕਿ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਉਣ। ਜਦੋਂ ਪ੍ਰਸ਼ਾਦ ਤਿਆਰ ਕਰਕੇ ਲਿਆਂਦਾ ਹੈ ਤੇ ਬਹੁਤ ਸਾਰੀ ਸੰਗਤ ਇਕੱਤਰ ਹੋਈ, ਤੇ ਇਹਨਾਂ ਨੂੰ ਮੂਲ ਮੰਤਰ ਦਾ ਸਾਧ ਸੰਗਤ ਜੀ ਜਾਪ ਦ੍ਰਿੜ ਕਰਵਾਇਆ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ। ਔਰ ਇਸ ਪ੍ਰਕਾਰ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ। ਤੇ ਫਿਰ ਬੇਬੇ ਨਾਨਕੀ ਜੀ ਮਹਾਰਾਜ ਸਾਹਿਬ ਜੀ ਦੇ ਭੈਣ ਜੀ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਜੀ ਉਸ ਅਕਾਲ ਪੁਰਖ ਪਰਮਾਤਮਾ ਜੀ ਦਾ ਕਿੰਨਾ ਕੁ ਵੱਡਾ ਸਰੂਪ ਹੈ, ਜਿਨ੍ਹਾਂ ਦੇ ਆਪ ਜੀ ਦੀਦਾਰ ਕਰਕੇ ਆਏ ਹੋ, ਜਿਨ੍ਹਾਂ ਤੋਂ ਆਪ ਜੀ ਇਹ ਨਾਮ ਮੰਤਰ ਦੀ ਦਾਤ ਲੈ ਕਰਕੇ ਆਏ ਹੋ, ਔਰ ਕਿੰਨਾ ਕੁ ਆਨੰਦ ਹੈ ਉਹ ਪਰਮਾਤਮਾ ਜੀ ਦੇ ਸਰੂਪ ਦਾ।
ਸੋ ਮਹਾਰਾਜ ਹਜੂਰ ਨੇ ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੇ ਰਹਿ ਸਾਹਿਬ ਵਾਲਾ ਜੋ ਪਾਵਨ ਸ਼ਬਦ ਹੈ ਫਿਰ ਆਸਾ ਰਾਗ ਦੇ ਵਿੱਚ ਦੁਬਾਰਾ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਥੋੜਾ ਜਿਹਾ ਪਾਠਾਂ ਦਾ ਭੇਦ ਰੱਖਿਆ ਹੈ। ਹਜੂਰ ਫਰਮਾਉਂਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾਂ ਪਰਮਾਤਮਾ ਜੀ ਦਾ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ ਓੰਕਾਰ, ਸਰਬ ਦਾ ਪ੍ਰਕਾਸ਼ਕ ਹੈ, ਪੂਰੇ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਚੌਪਦੇ ਘਰ ਦੂਜਾ। 4 ਪੌੜੀਆਂ ਦਾ ਸ਼ਬਦ ਹੈ ਤੇ ਦੂਜੇ ਸੁਰ ਤਾਲ ਦੇ ਵਿੱਚ ਇਸ ਨੂੰ ਗਾਇਆ ਜਾਂਦਾ ਹੈ। ਚੌਪਦੇ ਪਦੇ ਕਈ ਕਿ ਪੌੜੀਆਂ, 4 ਪਦੇ ਹਨ ਇਸ ਸ਼ਬਦ ਦੇ। ਸੁਣ ਵੱਡਾ ਆਖੈ ਸਭ ਕੋਈ। ਇਹ ਪਹਿਲੀ ਪੰਕਤੀ ਦੇ ਵਿੱਚ ਸਾਧ ਸੰਗਤ ਜੀ ਪਾਠ ਦਾ ਭੇਦ ਹੈ। ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਪੜ੍ਹਦੇ ਹਾਂ, ਸੁਣ ਵੱਡਾ ਆਖੈ ਸਭ ਕੋਏ, ਉੱਥੇ ਈੜੀ ਨੂੰ ਸਿਹਾਰੀ ਲੱਗੀ ਹੈ, ਇੱਥੇ ਕੋਈ ਈੜੀ ਬਿਹਾਰੀ ਲੱਗੀ ਹੈ। ਕੋਈ ਮਹਾਰਾਜ ਜੀ ਨੇ ਉਚਾਰਨ ਕੀਤਾ। ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ, ਸੁਣ ਵੱਡਾ ਆਖੈ ਸਭ ਕੋਈ। ਹੇ ਭੈਣ ਜੀ, ਹੇ ਬੇਬੇ ਨਾਨਕੀ ਜੀ, ਅਕਾਲ ਪੁਰਖ ਪਰਮਾਤਮਾ ਜੀ ਦਾ ਜੇਕਰ ਕੋਈ ਸਿਫਤ ਕਰਦਾ ਹੈ, ਵੇਦਾਂ ਦੁਆਰਾ, ਸ਼ਾਸਤਰਾਂ ਦੁਆਰਾ, ਕਿਸੇ ਵੀ ਢੰਗ ਤਰੀਕੇ ਦੁਆਰਾ, ਪੁਰਾਣਾ ਦੁਆਰਾ, ਗ੍ਰੰਥਾਂ ਦੁਆਰਾ ਸੁਣ ਕਰਕੇ ਕਥਨ ਕਰਨ ਦਾ ਯਤਨ ਕਰਦਾ, ਸੁਣ ਵੱਡਾ ਆਖੈ ਸਭ ਕੋਈ, ਤੇ ਇਹੋ ਕਹਿੰਦੇ ਕਿ ਉਹ ਪਰਮਾਤਮਾ ਵੱਡਾ ਹੈ, ਅਕਾਲ ਪੁਰਖ ਪਰਮੇਸ਼ਰ ਵੱਡਾ ਹੈ। ਭਾਵੇਂ ਕੋਈ ਵੇਦਾਂ ਦੁਆਰਾ ਸੁਣ ਕੇ ਕਥਨ ਕਰਦਾ, ਚਾਹੇ ਸ਼ਾਸਤਰਾਂ ਦੁਆਰਾ ਕਥਨ ਕਰਦਾ, ਪਰ ਹਰ ਕੋਈ ਇਹੋ ਕਹਿੰਦਾ ਹੈ ਕਿ ਪਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਰੱਬ ਸਭ ਤੋਂ ਵੱਡਾ ਹੈ, ਖੁਦਾ ਸਭ ਤੋਂ ਵੱਡਾ ਹੈ, ਉਹ ਰਾਮ, ਅੱਲਾ, ਅਕਾਲ ਪੁਰਖ ਪਰਮੇਸ਼ਰ ਹੈ। ਹਜੂਰ ਕਹਿੰਦੇ ਹਰ ਪੱਖੋਂ ਹਰ ਕੋਈ ਇਹੋ ਕਹਿੰਦਾ ਕਿ ਪਰਮੇਸ਼ਰ ਸਭ ਤੋਂ ਵੱਡਾ ਹੈ। ਕੇ ਵੱਡ ਵੱਡਾ ਡੀਠਾ ਹੋਈ। ਪਰ ਕਿੰਨਾ ਕੁ ਵੱਡਾ ਹੈ? ਡੀਠਾ ਹੋਈ ਕਹਿੰਦੇ ਕਿ ਜਿਹਨੇ ਡੀਠਾ ਦੇਖਿਆ ਹੈ ਨਾ, ਉਹ ਹੀ ਜਾਣਦਾ ਹੈ ਕਿੰਨਾ ਕੁ ਵੱਡਾ ਹੈ। ਪਰ ਜਿਵੇਂ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਉਹ ਗੁਰਮੁਖ ਪਿਆਰੇ ਜਿਵੇਂ ਸਾਧ ਸੰਗਤ ਜੀ ਸਮੁੰਦਰ ਦੇ ਦਰਸ਼ਨ ਕਰਨ ਦੇ ਵਾਸਤੇ, ਸਮੁੰਦਰ ਦੇ ਦੀਦਾਰ ਕਰਨੇ ਦੇ ਲਈ ਨਦੀਆਂ, ਨਾਲੇ, ਵਾਹੜੇ ਕਿੰਨੇ ਕਿੰਨੇ ਇਕੱਠੇ ਹੋ ਕਰਕੇ ਕਾਹਲੀ ਦੇ ਨਾਲ ਜਾਂਦੇ ਨੇ ਕਿ ਸਮੁੰਦਰ ਦਾ ਅਸੀਂ ਅੰਤ ਪਾ ਕੇ ਆਈਏ ਕਿ ਕਿੰਨਾ ਕੁ ਵੱਡਾ ਹੈ। ਤੇ ਮਹਾਰਾਜ ਕਹਿੰਦੇ ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੇ ਹੈ, ਸਮੁੰਦਰ ਦੇ ਵਿੱਚ ਅਭੇਦ ਹੋ ਜਾਂਦੇ ਨੇ, ਉਹ ਦੁਬਾਰਾ ਕੁਝ ਕਥਨ ਕਰਨ ਜੋਗੇ ਰਹਿ ਹੀ ਨਹੀਂ ਜਾਂਦੇ। ਜਾਂ ਫਿਰ ਇਉਂ ਕਹਿ ਲਈਏ ਕਿ ਜਿਵੇਂ ਲੂਣ ਦੀ ਨਲੀ ਸਾਧ ਸੰਗਤ ਜੀ ਜਾਂ ਪੰਡ ਭਰ ਕੇ ਵੀ ਕੋਈ ਰੱਖ ਲਈ ਜਾਵੇ, ਸਮੁੰਦਰ ਦਾ ਅੰਤ ਪਾਉਣ ਵਾਸਤੇ ਜਾਵੇ, ਉਹ ਨਹੀਂ ਪਾ ਸਕੇਗੀ, ਉਹ ਸਮੁੰਦਰ ਦੇ ਵਿੱਚ ਹੀ ਖੁਰ ਗਈ। ਕਹਿੰਦੇ ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਪਰਮਾਤਮਾ ਦੇ ਸਰੂਪ ਨੂੰ ਕਥਨ ਕਰ ਹੀ ਨਹੀਂ ਸਕਦਾ। ਸੁਣ ਕਰਕੇ ਪਰਮਾਤਮਾ ਦੀ ਮਹਿਮਾ ਗਾ ਕੇ, ਵਾਹਿਗੁਰੂ ਜੀ ਦਾ ਜਸ ਗਾ ਕਰਕੇ ਆਨੰਦ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ, ਪਰ ਸਮਗਰ ਰੂਪ ਦੇ ਵਿੱਚ ਕਹੇ ਕਿ ਕਿੰਨਾ ਕੁ ਵੱਡਾ ਪਰਮਾਤਮਾ ਜੀ ਦਾ ਸਰੂਪ ਹੈ, ਇਹ ਨਾਮੁਮਕਿਨ ਹੈ। ਸੋ ਇਸ ਲਈ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਕੇਵਡ ਵੱਡਾ ਡੀਠਾ ਹੋਈ। ਮਹਾਰਾਜ ਕਹਿੰਦੇ ਕਿ ਕਿੰਨਾ ਕੁ ਵੱਡਾ ਹੈ, ਇਹ ਦੇਖਿਆ ਹੀ ਪਰਮਾਤਮਾ ਦੇ ਦੀਦਾਰ ਕੀਤਿਆਂ ਹੀ ਸਮਝ ਪੈਂਦੀ ਹੈ। ਕੀਮਤ ਪਾਏ ਨਾ ਕਹਿਆ ਜਾਏ। ਜੇ ਕੋਈ ਕੀਮਤ ਮੁੱਲ ਪਾਉਣ ਦਾ ਯਤਨ ਕਰੇ ਤੇ ਸਾਧ ਸੰਗਤ ਜੀ ਮੁੱਲ ਵੀ ਨਹੀਂ ਪਾਇਆ ਜਾ ਸਕਦਾ ਕਿ ਕਿੰਨਾ ਕੁ ਵੱਡਾ ਪਰਮਾਤਮਾ ਦਾ ਸਰੂਪ ਹੈ। ਕੀਮਤ ਨਹੀਂ ਪਾਈ ਜਾ ਸਕਦੀ, ਕੀਮਤ ਪਾਏ ਨਾ ਕਹਿਆ ਜਾਏ। ਜੇ ਕੋਈ ਕੀਮਤ ਵੀ ਪਾ ਲੇ ਤੇ ਫੇਰ ਵੀ ਕਹਿਆ ਨਹੀਂ ਜਾਵੇਗਾ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਆਕਾਰ ਹੈ, ਕਿਹੋ ਜਿਹਾ ਪਰਮਾਤਮਾ ਜੀ ਦਾ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਹਿਆ ਨਹੀਂ ਜਾ ਸਕਦਾ। ਕਹਿਣਾ ਵਾਲੇ ਤੇਰੇ ਰਹੇ ਸਮਾਏ। ਕਿਉਂਕਿ ਇਹ ਪ੍ਰਮਾਤਮਾ ਜੀ ਜਿੰਨੇ ਵੀ ਕਹਿਣ ਵਾਲੇ, ਸੰਸਾਰ ਦੇ ਬੰਦਗੀ ਕਰਨ ਵਾਲੇ, ਬ੍ਰਹਮ ਵੇਤੇ, ਜਗਿਆਸੂ, ਰਿਸ਼ੀ ਮੁਨੀ, ਤਪ ਕਰਨ ਵਾਲੇ, ਤਪਸਵੀ ਹੈ। ਮਹਾਰਾਜ ਜਿਨ੍ਹਾਂ ਨੇ ਆਪ ਜੀ ਦੇ ਜਸ ਨੂੰ ਕਹਿ ਕੇ ਬੜੇ ਪਿਆਰ ਦੇ ਨਾਲ
ਪ੍ਰੀਤ ਰੂਪ ਰਸਨਾ ਦੇ ਨਾਲ ਆਪ ਜੀ ਦਾ ਜਸ ਗਾਇਆ ਹੈ। ਗਾ ਗਾ ਕੇ ਉਚਾਰਨ ਕਰ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਜੀ ਦੇ ਵਿੱਚ ਹੀ ਉਹ ਸਮਾ ਗਏ ਹੈ, ਅੰਤ ਨਹੀਂ ਪਾਇਆ ਗਿਆ। ਇਉਂ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਉਹ ਪ੍ਰਮਾਤਮਾ ਦਾ ਰੂਪ ਤਾਂ ਹੋ ਗਏ, ਪਰ ਉਹਨਾਂ ਤੋਂ ਅੰਤ ਨਹੀਂ ਪਾਇਆ ਗਿਆ, ਨਾ ਹੀ ਕਿਸੇ ਨੂੰ ਦੱਸਣ ਜੋਗੇ ਰਹੇ ਹੈ। ਜਿਵੇਂ ਸਾਧ ਸੰਗਤ ਜੀ ਨਦੀਆਂ ਨਾਲੇ ਵਾਹੜੇ ਉਹ ਸਮੁੰਦਰ ਦੇ ਵਿੱਚ ਬਣ ਕੇ ਸਮੁੰਦਰ ਦਾ ਹੀ ਰੂਪ ਹੋ ਗਏ, ਕੁਝ ਕਤਰ ਨਹੀਂ ਕਰ ਸਕੇ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਹਨ ਕਹਿਣ ਵਾਲੇ ਤੇਰੇ ਰਹੇ ਸਮਾਏ। ਹੇ ਪਰਮੇਸ਼ਰ ਜੀ, ਆਪ ਜੀ ਦੇ ਪੈਦਾ ਕੀਤੇ ਹੋਏ ਜਿਹੜੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ ਹੈ, ਆਪ ਜੀ ਦਾ ਜਸ ਗਾਉਣ ਵਾਲੇ ਮਹਾਰਾਜ, ਆਪ ਜੀ ਦੇ ਪਿਆਰੇ ਜਾਣੈ, ਉਹ ਆਪ ਜੀ ਦੇ ਵਿੱਚ ਹੀ ਸਮਾ ਗਏ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਰਣੀ ਗਹੀਰਾ। ਹੇ ਮੇਰੇ ਸਾਹਿਬ ਮਾਲਕਾ, ਹੇ ਵੱਡੇ ਪਿਆਰੇ ਪ੍ਰਮਾਤਮਾ, ਸਾਰੇ ਜੀਵਾਂ ਦੇ ਮਾਲਕ ਪ੍ਰਮਾਤਮਾ ਜੀ, ਗਹਿਰ ਗੰਭੀਰਾ ਮਹਾਰਾਜ ਆਪ ਜੀ ਦਾ ਬੜਾ ਗਹਿਰ ਗੰਭੀਰ ਆਪ ਜੀ ਦਾ ਨਿਰਹਲ ਸਰੂਪ ਹੈ। ਗੰਭੀਰ ਬੜਾ ਮਹਾਰਾਜ ਅਥਾਹ ਡੂੰਘਾਈ ਵਾਲਾ ਹੈ। ਗਹਿਰ ਗੰਭੀਰਾ ਗੁਣੀ ਗਹੀਰਾ ਮਹਾਰਾਜ, ਗੁਣਾ ਕਰਕੇ ਵੀ ਆਪ ਜੀ ਗਹੀਰਾ ਸਮੁੰਦਰ ਦੀ ਤਰ੍ਹਾਂ ਹੋ। ਜਿਵੇਂ ਸਮੁੰਦਰ ਦਾ ਪਾਣੀ ਨਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਕਿਸੇ ਢੰਗ ਦੇ ਨਾਲ ਵੀ ਉਹ ਮਹਾਰਾਜ ਕਹਿੰਦੇ ਉਹਨੂੰ ਕਥਨ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਸਮੁੰਦਰ ਦੇ ਅੰਦਰ ਪਾਣੀ ਹੁੰਦਾ। ਸੋ ਇਸ ਪ੍ਰਕਾਰ ਪਾਤਸ਼ਾਹ ਜੀ ਕਹਿੰਦੇ ਹਨ ਗੁਣੀ ਗਹੀਰਾ, ਹੇ ਗੁਣਾਂ ਦੇ ਸਮੁੰਦਰ, ਗੁਣਾਂ ਦੇ ਖਾਨ, ਗੁਣਾਂ ਦੇ ਘਰ ਪ੍ਰਮਾਤਮਾ ਜੀ। ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ। ਇੱਥੇ ਵੀ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਨੇ ਪਾਠ ਦਾ ਭੇਦ ਰੱਖਿਆ। ਰਹਿਰਾਸ ਸਾਹਿਬ ਜੀ ਵਿੱਚ ਕੋਏ ਪਾਠ ਆਉਂਦਾ ਈੜੀ ਸਿਹਾਰੀ ਦੇ ਨਾਲ, ਔਰ ਇੱਥੇ ਆਸਾ ਰਾਗ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਨਾ ਜਾਣੈ, ਈੜੀ ਨੂੰ ਬਿਹਾਰੀ ਲੱਗੀ ਹੈ। ਹੇ ਪ੍ਰਮਾਤਮਾ, ਮਾਇਆ ਰੂਪ ਚੀਰਾ ਜੋ ਕੱਪੜਾ ਪੈਦਾ ਕੀਤਾ, ਇਹਦਾ ਉਰਾਰ ਪਾਰ ਵੀ ਮਹਾਰਾਜ ਕੋਈ ਜਾਣ ਨਹੀਂ ਸਕਦਾ। ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ, ਕਿੰਨਾ ਕੁ ਵੱਡਾ ਮਹਾਰਾਜ ਮਾਇਆ ਰੂਪ ਕੱਪੜਾ ਆਪ ਜੀ ਨੇ ਪੈਦਾ ਕੀਤਾ। ਜਿਸ ਮਾਇਆ ਰੂਪ ਕੱਪੜੇ ਨੇ ਸੰਸਾਰ ਭਰ ਦੇ ਸਭ ਜੀਵਾਂ ਨੂੰ ਆਪਣੇ ਵਿੱਚ ਲਪੇਟਿਆ ਹੋਇਆ, ਸਭ ਨੂੰ ਆਪਣੇ ਵਿੱਚ ਕੱਜਿਆ ਹੋਇਆ, ਆਪਣੇ ਵਿੱਚ ਕੱਜ ਕਰਕੇ ਆਪਣੇ ਅਧੀਨ ਕਰ ਕਰਕੇ ਰੱਖਿਆ ਹੋਇਆ ਹੈ। ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ। ਚੀਰਾ ਨਾਮ ਸਾਧ ਸੰਗਤ ਜੀ ਪਿਆਰ ਦਾ ਵੀ ਹੈ। ਮਹਾਰਾਜ ਉਹ ਕਿੰਨੇ ਕੁ ਵੱਡੇ ਆਪ ਜੀ ਦੇ ਪਿਆਰੇ ਗੁਰਮੁਖ ਪਿਆਰੇ ਹੈ, ਬੰਦਗੀ ਕਰਨ ਵਾਲੇ ਜਿਨ੍ਹਾਂ ਦੇ ਹਿਰਦੇ ਅੰਦਰ ਆਪ ਜੀ ਦੇ ਚਰਨਾਂ ਦਾ ਪਿਆਰ ਲੱਗਾ ਹੈ। ਮਹਾਰਾਜ ਉਹਨਾਂ ਦੀ ਵੀ ਅਵਸਥਾ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸਭ ਸੁਰਤੀ ਮਿਲ ਸੁਰਤ ਕਮਾਈ। ਸੰਸਾਰ ਭਰ ਦੇ ਜਿਹੜੇ ਸੁਰਤੀ ਲਾ ਕੇ ਪ੍ਰਮਾਤਮਾ ਦੀ ਉਪਮਾ ਕਰਨ ਵਾਲੇ ਨੇ, ਪ੍ਰਮਾਤਮਾ ਨੂੰ ਚੇਤੇ ਕਰਨ ਵਾਲੇ ਹਨ। ਸਤਿਗੁਰੂ ਜੀ ਕਹਿੰਦੇ ਭਾਵੇਂ ਸਭ ਸੁਰਤੀਆਂ ਵਾਲੇ ਜਾਂ ਫਿਰ ਜਿਵੇਂ 27 ਸੁਰਤੀਆਂ ਹਨ ਸਿਮਰਤੀਆਂ ਨੇ, ਔਰ ਇਸੇ ਪ੍ਰਕਾਰ ਸਿਮਰਤੀਆਂ ਦੇ ਗਿਆਨ ਦੇ ਰਾਹੀਂ ਕੋਈ ਸੁਰਤੀਆਂ ਲਾ ਲਾ ਕਰਕੇ ਦੇਖਦੇ ਹੈ, ਰੱਬ ਦਾ ਅੰਤ ਪਾਉਣ ਦਾ ਯਤਨ ਕਰਦੇ ਨੇ। ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸਭ ਸੁਰਤੀ ਮਿਲ ਸੁਰਤ ਕਮਾਈ। ਸੁਰਤੀਆਂ ਵਾਲੇ ਸੰਸਾਰ ਦੇ ਜੀਵਾਂ ਨੇ ਸਭ ਨੇ ਮਿਲ ਕਰਕੇ ਸੁਰਤੀਆਂ ਲਾ ਲਾ ਕੇ ਕਮਾਈ ਕਰ ਕਰਕੇ ਘਾਲਣਾ ਘਾਲ ਕਰਕੇ ਦੇਖ ਲਈ ਐ। ਸਭ ਕੀਮਤ ਮਿਲ ਕੀਮਤ ਪਾਈ। ਇਸ ਪ੍ਰਕਾਰ ਮੁੱਲ ਪਾਉਣ ਵਾਲੇ ਜਿਹੜੇ ਵੱਡੇ ਵੱਡੇ ਵਪਾਰੀ ਹਨ, ਤਿੰਨਾਂ ਨੇ ਕੀਮਤਾਂ ਪਾ ਕਰਕੇ ਮੁੱਲ ਲਾ ਲਾ ਕਰਕੇ ਵੀ ਦੇਖ ਲਿਆ, ਪਰ ਤਿੰਨਾਂ ਤੋਂ ਪ੍ਰਮਾਤਮਾ ਦੀ ਕੀਮਤ ਨਹੀਂ ਪਾਈ ਗਈ। ਸਭ ਸੁਰਤੀ ਮਿਲ ਸੁਰਤ ਕਮਾਈ, ਅਥਵਾ ਮਹਾਰਾਜ ਕਹਿੰਦੇ ਸਭ ਸੁਰਤੀਆਂ ਮਿਲਾ ਕਰਕੇ ਵੀ ਭਾਵੇਂ ਦੇਖ ਲਓ। ਮਹਾਰਾਜ ਕਹਿੰਦੇ ਸਭ ਸੁਰਤੀ ਮਿਲ ਸੁਰਤ ਕਮਾਈ, ਕੰਮ ਆਈ। ਸਭ ਕੰਮ ਆ ਜਾਣਗੀਆਂ, ਭਾਵ ਥੋੜ੍ਹੀਆਂ ਰਹਿ ਜਾਣਗੀਆਂ, ਤੁਛ ਰਹਿ ਜਾਣਗੀਆਂ। ਇਹ ਸੁਰਤੀਆਂ ਸੰਸਾਰ ਦੀਆਂ ਆਪਣੇ ਬਲ ਦੇ ਨਾਲ ਕੋਈ ਸਮਗਰ ਰੂਪ ਦੇ ਵਿੱਚ ਪਰਮਾਤਮਾ ਨੂੰ ਨਹੀਂ ਕਥਨ ਕਰ ਸਕੇਗਾ। ਸਭ ਕੀਮਤ ਮਿਲ ਕੀਮਤ ਪਾਈ। ਜਾਂ ਮਹਾਰਾਜ ਕਹਿੰਦੇ ਜਿੰਨੀਆਂ ਵੀ ਕੀਮਤਾਂ ਸੰਸਾਰ ਭਰ ਦੇ ਵਡਮੁੱਲੇ ਪਦਾਰਥਾਂ ਦੀਆਂ, ਵਸਤੂਆਂ ਦੀਆਂ ਕੀਮਤਾਂ ਨੇ, ਜਿਸ ਵੀ ਕਿਸੇ ਜੀਵ ਨੇ ਇਹ ਪਾਈਆਂ ਹਨ। ਗਿਆਨੀ ਧਿਆਨੀ ਗੁਰ ਗੁਰਹਾਈ। ਫਿਰ ਜਿਹੜੇ ਸੰਸਾਰ ਦੇ ਅੰਦਰ ਗਿਆਨਵਾਨ ਲੋਕ ਹੈ, ਸਾਧ ਸੰਗਤ ਜੀ, ਵੇਦਾਂ ਦੇ ਸ਼ਾਸਤਰਾਂ ਦੇ ਗਿਆਨ ਜਾਣਨ ਵਾਲੇ, ਵੇਦਾਂ ਸ਼ਾਸਤਰਾਂ ਦੇ ਸੰਸਾਰ ਦੇ ਅਧਿਐਨ ਕਰਨ ਵਾਲੇ,
ਤਿਨਾਂ ਦੀ ਚਰਚਾ ਕਰਨ ਵਾਲੇ। ਫਿਰ ਧਿਆਨੀ ਜਿਹੜੇ ਪਤੰਜਲੀ ਧਿਆਨ ਲਾਉਣ ਵਾਲੇ ਪਤੰਜਲੀ ਆਦਿਕ ਹਨ। ਪਾਤਸ਼ਾਹ ਜੀ ਕਹਿੰਦੇ ਹਨ ਗੁਰ ਗੁਰ ਹਾਈ। ਗੁਰ ਕਈ ਕਿ ਜਿਹੜੇ ਦੇਵਤੇ ਹਨ, ਤੇ ਗੁਰ ਹਾਈ ਜਿਹੜੇ ਹਾਈ ਨਾਸ਼ ਕਰਨ ਵਾਲੇ ਹੈ, ਜੋ ਸੰਘਾਰ ਕਰਨ ਵਾਲੇ ਦੈਂਤ ਹਨ, ਦੇਵਤਿਆਂ ਨੂੰ ਮਾਰਨ ਵਾਲੇ ਬੜੇ ਪ੍ਰਬਲ ਸੰਸਾਰ ਦੇ ਅੰਦਰ ਦੈਂਤ ਹਨ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੇ ਪਰਮਾਤਮਾ ਜੀ, ਬਹੁਤੀ ਤਾਂ ਕੀ ਤਿਲ ਜਿੰਨੀ ਵੀ ਆਪ ਜੀ ਦੀ ਵਡਿਆਈ ਕਿਸੇ ਤੋਂ ਕਹੀ ਨਹੀਂ ਗਈ। ਭਾਵੇਂ ਕੋਈ ਦੇਵਤੇ ਹਨ, ਚਾਹੇ ਦੈਂਤ ਹੈ, ਚਾਹੇ ਮਹਾਰਾਜ ਦੇਵਤਿਆਂ ਦੇ ਬ੍ਰਹਸਪਤ ਵਰਗੇ ਵੀ, ਚਾਹੇ ਗੁਰੂ ਹਨ। ਔਰ ਇਸੇ ਪ੍ਰਕਾਰ ਜਿਹੜੇ ਗਿਆਨਵਾਨ ਪੁਰਖ ਹੈ ਔਰ ਧਿਆਨੀ ਜਿਹੜੇ ਧਿਆਨਵਾਨ ਪੁਰਖ ਹਨ, ਮਹਾਰਾਜ ਕਹਿੰਦੇ ਕਿਸੇ ਕੋ ਗਿਆਨ ਦੁਆਰਾ ਜਾਂ ਧਿਆਨ ਲਾ ਕਰਕੇ ਜਾਂ ਫਿਰ ਦੇਵੀ ਸ਼ਕਤੀਆਂ ਦੀ ਪ੍ਰਾਪਤੀ ਕਰ ਕਰਕੇ ਕਿਸੇ ਵੀ ਢੰਗ ਤਰੀਕੇ ਦੇ ਨਾਲ ਤਿਲ ਮਾਤਰ ਵੀ ਮਹਾਰਾਜ ਆਪ ਜੀ ਦੀ ਵਡਿਆਈ ਨਹੀਂ ਕਥਨ ਕੀਤੀ ਗਈ। ਸਭ ਸਤ ਸਭ ਤਪ ਸਭ ਚੰਗਿਆਈਆ। ਜੇ ਸੰਸਾਰ ਦੇ ਅੰਦਰ ਜਿੰਨੇ ਵੀ ਸਭ ਭਾਵ ਕੇ ਸਾਰੇ ਜਿੰਨੇ ਵੀ ਸਤ ਪ੍ਰਤੱਗੀ ਜੀਵ ਹੋਏ ਹੈ, ਸਭ ਤਪ ਜਿਨ੍ਹਾਂ ਨੂੰ ਤਪ ਕਰਨ ਦਾ ਬਲ ਪ੍ਰਾਪਤ ਹੋਇਆ, ਫਿਰ ਸਭ ਚੰਗਿਆਈਆਂ ਜਿਨ੍ਹਾਂ ਨੂੰ ਚੰਗਿਆਈਆਂ ਸੰਸਾਰ ਦੇ ਅੰਦਰ ਪ੍ਰਾਪਤ ਹੋਈਆਂ ਨੇ, ਚੰਗਾ ਜੀਵਨ, ਚੰਗੇ ਸੁਖ ਔਰ ਇਸ ਪ੍ਰਕਾਰ ਚੰਗੀ ਕੁਲ, ਇਉਂ ਕਹਿ ਲਈਏ ਕਿ ਹਰ ਪੱਖੋਂ ਜਿਨ੍ਹਾਂ ਨੂੰ ਚੰਗਾ ਸਭ ਕੁਝ ਮਿਲਿਆ ਹੈ। ਸਿੱਧਾ ਪੁਰਖਾ ਕੀਆ ਵਡਿਆਈਆ। ਜਾਂ ਫਿਰ 84 ਸਿੱਧ ਹਨ, ਸਿੱਧਾ ਪੁਰਖਾਂ ਕੀਆ ਵਡਿਆਈਆ। ਜਾਂ ਮਹਾਰਾਜ ਕਹਿੰਦੇ ਜਿਹੜੇ 84 ਸਿੱਧ ਹਨ, ਜਾਂ ਫਿਰ ਹੋਰ ਵੀ ਸੰਸਾਰ ਦੇ ਅੰਦਰ ਜਿਨ੍ਹਾਂ ਜੀਵਾਂ ਨੂੰ ਵਡਿਆਈਆਂ ਪ੍ਰਾਪਤ ਹੋਈਆਂ ਨੇ, ਚਾਹੇ ਤਨ ਕਰਕੇ ਜਾਂ ਫਿਰ ਮਨ ਕਰਕੇ, ਕਿਸੇ ਵੀ ਢੰਗ ਤਰੀਕੇ ਦੇ ਨਾਲ ਜਿਨ੍ਹਾਂ ਸੰਸਾਰ ਭਰ ਦੇ ਤਮਾਮ ਜੀਵ ਜੰਤੂਆਂ ਨੂੰ ਵਡਿਆਈਆਂ ਮਿਲੀਆਂ ਹਨ, ਜਿਨ੍ਹਾਂ ਸੰਸਾਰ ਭਰ ਦੇ ਸਭ ਜੀਵਾਂ ਨੂੰ ਐਸੀਆਂ ਸ਼ਕਤੀਆਂ ਪ੍ਰਾਪਤ ਹੋਈਆਂ ਹਨ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ। ਇਹ ਪਿਆਰੇ ਪਰਮਾਤਮਾ ਜੀਓ, ਆਪ ਜੀ ਤੋਂ ਬਿਨਾਂ ਕਿਸੇ ਵੀ ਜੀਵ ਨੂੰ ਮਹਾਰਾਜ ਮੁਕਤੀ ਨਹੀਂ ਪ੍ਰਾਪਤ ਹੋਵਣਾ ਕੀਤੀ। ਸਿੱਧੀ ਕਹੀਏ ਕਿ ਸ਼ਕਤੀਆਂ, ਸਾਰਾ ਬਲ, ਜੋ ਕੁਝ ਵੀ ਕਿਸੇ ਨੂੰ ਜਪ ਕਰਕੇ, ਤਪ ਕਰਕੇ, ਧਿਆਨ ਕਰਕੇ, ਗਿਆਨ ਕਰਕੇ, ਦੇਵੀ ਸ਼ਕਤੀਆਂ ਕਰਕੇ, ਜਿਹੋ ਜਿਹੇ ਵੀ ਢੰਗ ਤਰੀਕੇ ਦੇ ਨਾਲ ਜੁਗਤੀਆਂ ਦੁਆਰਾ ਬਲ ਮਿਲਿਆ, ਪਰਮਾਤਮਾ ਆਪ ਜੀ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਿਆ। ਇਸ ਕਰਕੇ ਮਹਾਰਾਜ ਹਜੂਰ ਉਚਾਰਨ ਕਰ ਰਹੇ ਨੇ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ। ਭਾਵੇਂ ਮਹਾਰਾਜ ਗਿਆਨ ਲਾਉਣ ਵਾਲੇ ਗਿਆਨੀ ਪੁਰਖ ਹੈ, ਧਿਆਨ ਟਿਕਾਉਣ ਵਾਲੇ ਧਿਆਨੀ ਪੁਰਖ ਹਨ, ਪਤੰਜਲੀ ਆਦਿਕ ਹੈ, ਜਪ ਕਰਨ ਵਾਲੇ, ਤਪ ਕਰਨ ਵਾਲੇ, ਜਪੀ ਤਪੀ ਤਪਸਵੀ ਰਿਖੀ ਮੁਨੀ ਹਨ। ਆਪ ਜੀ ਦੀ ਕਿਰਪਾ ਜਿਨ੍ਹਾਂ ਤੇ ਹੋਈ, ਉਹਨਾਂ ਨੂੰ ਮਹਾਰਾਜ ਮੁਕਤੀ ਦੀ ਦਾਤ ਪ੍ਰਾਪਤ ਹੋਈ ਹੈ। ਨਹੀਂ ਤੇ ਜ਼ਿੰਦਗੀ ਦਾ ਵੱਡਾ ਪੱਖ ਇਸੇ ਤਰ੍ਹਾਂ ਹੀ ਬਤੀਤ ਕਰ ਦਿੱਤਾ ਹੈ। ਮਹਾਰਾਜ ਉਹ ਆਪਣੇ ਜੀਵਨ ਦੀ ਸਫਲਤਾ ਨਹੀਂ ਬਣਾ ਸਕੇ, ਕਿਉਂਕਿ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ। ਮਹਾਰਾਜ ਆਪ ਜੀ ਤੋਂ ਬਿਨਾਂ ਕਿਸੇ ਨੂੰ ਇਹ ਮੁਕਤੀ ਦੀ ਦਾਤ ਨਹੀਂ ਮਿਲਣ ਵਾਲੀ। ਕਰਮ ਮਿਲੈ ਨਾਹੀ ਠਾਕ ਰਹਾਈਆ। ਤੇ ਮਹਾਰਾਜ ਇਹ ਦਾਤ ਮਿਲਦੀ ਕਿਵੇਂ ਹੈ? ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨੇ, ਕਰਮ ਮਿਲੈ, ਜਿਨ੍ਹਾਂ ਦੇ ਪੂਰਬਲੇ ਚੰਗੇ ਕਰਮ ਹੁੰਦੇ ਹੈ, ਪੂਰਬਲੇ ਨਿਸ਼ਕਾਮ ਕਰਮ ਚੰਗੇ ਭਾਗ ਜਾਗ ਪੈਂਦੇ ਹੈ, ਉਹਨਾਂ ਨੂੰ ਇਹ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਫਿਰ ਜੇ ਪਰਮਾਤਮਾ ਜੀਵ ਨੂੰ ਦਾਤ ਦੇਣੀ ਚਾਹੇ, ਨਾ ਹੀ ਠਾਕ ਰਹਾਈਆ, ਉਹਨਾਂ ਦੇ ਵਿੱਚ ਕੋਈ ਰੁਕਾਵਟ ਨਹੀਂ ਬਣ ਸਕਦਾ। ਪਰਮਾਤਮਾ ਜਿਹੋ ਜਿਹੀ ਦਾਤ ਕਿਸੇ ਜੀਵ ਦੀ ਝੋਲੀ ਵਿੱਚ ਪਾਉਣਾ ਚਾਹੇ, ਜ਼ਬਰਦਸਤੀ ਕੋਈ ਸਾਧ ਸੰਗਤ ਜੀ ਉਹਦੇ ਤੋਂ ਖੋ ਨਹੀਂ ਸਕਦਾ। ਕੋਈ ਰੁਕਾਵਟ ਬਣ ਕਰਕੇ ਦਾਤ ਦੇਣ ਤੋਂ ਵਿੱਚ ਕੋਈ ਰੋੜਾ ਨਹੀਂ ਬਣ ਸਕਦਾ, ਕੋਈ ਰੁਕਾਵਟ ਨਹੀਂ ਬਣ ਸਕਦਾ। ਨਾ ਹੀ ਠਾਕ ਰਹਾਈਆ, ਕਿਉਂਕਿ ਰਹਾਈਆ ਸਭ ਰਹਿ ਗਏ ਸੰਸਾਰ ਦੇ ਅੰਦਰ ਹੀ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮਾ ਭਗਤੀ ਦੀ ਦਾਤ ਬਖਸ਼ ਕਰਕੇ ਨਿਵਾਜਿਆ, ਹਜੂਰ ਕਹਿੰਦੇ ਉਹਨਾਂ ਨੂੰ ਕੋਈ ਟਾੜ ਨਹੀਂ ਸਕਿਆ। ਆਖਣ ਵਾਲਾ ਕਿਆ ਬੇਚਾਰਾ। ਇਸ ਪੰਕਤੀ ਅੰਦਰ ਵੀ ਮਹਾਰਾਜ ਸਾਹਿਬ ਜੀ ਨੇ ਪਾਠ ਦਾ ਭੇਦ ਰੱਖਿਆ ਹੈ। ਰਹਿਰਾਸ ਸਾਹਿਬ ਜੀ ਵਿੱਚ ਅਸੀਂ ਵਾਵੇ ਦੇ ਨਾਲ ਪੜ੍ਹਦੇ ਹਾਂ, ਆਖਣ ਵਾਲਾ ਕਿਆ ਬੇਚਾਰਾ। ਇੱਥੇ ਬੱਬੇ ਨਾਲ ਉਚਾਰਨ ਕੀਤਾ ਹੈ ਆਸਾ ਰਾਗ ਦੇ ਵਿੱਚ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਆਖਣ ਵਾਲਾ ਕਿਆ ਬੇਚਾਰਾ, ਬੱਬੇ ਨਾਲ ਉਚਾਰਨ ਕੀਤਾ ਕਿ ਮਹਾਰਾਜ ਜਿਹੜਾ ਆਪ ਜੀ ਦੇ ਗੁਣ ਗਾਉਣ ਵਾਲਾ ਬੱਬੜਾ ਵਿਚਾਰਾ ਜੀਵ ਹੈ,
ਇਹ ਭਲਾ ਕੀ ਆਪ ਜੀ ਦੇ ਗੁਣ ਕਥਨ ਕਰ ਸਕਦਾ ਹੈ। ਮਹਾਰਾਜ, ਇਹ ਬਪੜਾ ਵਿਚਾਰਾ ਜੀਵ ਭਲਾ ਕੀ ਹੈ, ਇਹਦਾ ਕੀ ਬਲ ਹੈ। ਸਿਫਤੀ ਭਰੇ ਤੇਰੇ ਭੰਡਾਰਾ। ਕਿਉਂਕਿ ਆਪ ਜੀ ਦੀਆਂ ਸਿਫਤਾਂ ਦੇ ਤਾਂ ਭੰਡਾਰੇ ਭਰੇ ਪਏ ਹੈ। ਇਹ ਜੀਵ ਬਪੜਾ ਭਲਾ ਕੀ ਹੈ, ਇੱਕ ਜ਼ੁਬਾਨ ਹੈ, ਇੱਕ ਰਸਨਾ ਹੈ, ਬੇਅੰਤ ਆਪ ਜੀ ਦੇ ਗੁਣ ਆ, ਭੰਡਾਰੇ ਭਰੇ ਪਏ, ਤੇ ਮਹਾਰਾਜ ਕਿਵੇਂ ਕਥਨ ਕਰ ਸਕੇਗਾ। ਇਹਦੇ ਵਿੱਚ ਇੰਨਾ ਬਲ ਨਹੀਂ ਹੈ। ਜੋ ਨਿਤ ਸਾਧ ਸੰਗਤ ਜੀ 2000 ਨਾਮ ਨਵਾਂ ਲੈਂਦਾ ਹੈ ਸ਼ੇਸ਼ ਨਾਗ, ਸੇਖ ਨਾਗ ਤੇਰੇ ਮਰਮ ਨਾ ਜਾਣਾ, ਤੇ ਫਿਰ ਜੀਵ ਇੱਕ ਜ਼ੁਬਾਨ ਵਾਲਾ ਕਿਵੇਂ ਰੱਬ ਦੇ ਗੁਣ ਕਥਨ ਕਰ ਸਕਦਾ ਹੈ, ਕੀ ਅੰਤ ਪਾ ਸਕਦਾ। ਮਹਾਰਾਜ, ਸਿਫਤਾਂ ਦੇ ਭੰਡਾਰੇ ਆਪ ਜੀ ਦੇ ਭਰੇ ਪਏ ਹਨ। ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਇਹ ਅਕਾਲ ਪੁਰਖ ਪ੍ਰਮਾਤਮਾ ਜੀ, ਜਿਨ੍ਹਾਂ ਨੂੰ ਆਪ ਜੀ ਆਪਣੀ ਸਿਫਤਾਂ ਦੀ ਦਾਤ ਦੇ ਦਿੰਦੇ ਹੋ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮਾ ਭਗਤੀ ਦੀ ਦਾਤ ਆਪ ਬਖਸ਼ਿਸ਼ ਕਰਕੇ ਨਿਵਾਜ ਦਿੰਦੇ ਹੋ, ਤਿਸਾ ਕਿਆ ਚਾਰਾ, ਉਹਨਾਂ ਦੇ ਨਾਲ ਭਲਾ ਕੋਈ ਕੀ ਚਾਰਾ ਚੱਲ ਸਕਦਾ ਹੈ। ਉਹਨਾਂ ਨੂੰ ਭਲਾ ਕਿਵੇਂ ਕੋਈ ਝੁਠਲਾ ਸਕਦਾ ਹੈ। ਉਹਨਾਂ ਦੇ ਨਾਲ ਭਲਾ ਕੀ ਜ਼ੋਰ ਚੱਲ ਸਕਦਾ ਹੈ, ਕੀ ਕਿਸੇ ਦਾ ਬਲ ਚੱਲ ਸਕਦਾ ਹੈ, ਕਿਸੇ ਦਾ ਨਹੀਂ ਚੱਲ ਸਕਦਾ। ਪਰਮਾਤਮਾ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰੇਮਾ ਭਗਤੀ ਦੀ ਦਾਤ ਦੇ ਕਰਕੇ ਨਿਵਾਜ ਦਿੰਦਾ ਹੈ, ਵਾਹਿਗੁਰੂ ਜਿਨ੍ਹਾਂ ਨੂੰ ਆਤਮਿਕ ਬਲ ਬਖਸ਼ਿਸ਼ ਕਰ ਦਿੰਦਾ ਹੈ, ਬਾਹਰੀ ਤੌਰ ਤੇ ਭਾਵੇਂ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਾ ਕਰਕੇ ਥੱਕ ਹਾਰ ਜਾਵੇ, ਸਾਧ ਸੰਗਤ ਉਹਨਾਂ ਦਾ ਕੁਝ ਨਹੀਂ ਵਿਗਾੜਿਆ ਜਾ ਸਕਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਮਹਾਰਾਜ, ਉਹਨਾਂ ਦੇ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ, ਜਿਨ੍ਹਾਂ ਨੂੰ ਆਪ ਜੀ ਭਗਤੀ ਦੀ ਦਾਤ ਦੇ ਕਰਕੇ ਨਿਵਾਜਣ ਵਾਲੇ ਹੋ। ਨਾਨਕ ਸੱਚ ਸਵਾਰਨ ਹਾਰਾ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਦਾ ਰਹਿਣ ਵਾਲਾ ਸੱਚ ਹੈ, ਸਭ ਜੀਵਾਂ ਨੂੰ ਸਵਾਰਨ ਵਾਲਾ ਹੈ, ਅਥਵਾ ਜਗਿਆਸੂਆਂ ਦੇ ਹਿਰਦੇ ਨੂੰ ਸਵਾਰਨ ਵਾਲਾ ਹੈ। ਪਰਮਾਤਮਾ ਅਗਿਆਨਤਾ ਦੀ ਅੰਧਤਾਈ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਕੇ ਸਵਾਰਨ ਵਾਲਾ ਹੈ। ਔਗੁਣਾਂ ਨੂੰ ਦੂਰ ਕਰਕੇ ਸ਼ੁਭ ਗੁਣਾਂ ਨੂੰ ਪਰਮਾਤਮਾ ਪੈਦਾ ਕਰਕੇ ਸਵਾਰਨ ਵਾਲਾ ਹੈ। ਅਥਵਾ ਹਜੂਰ ਨੇ ਅੰਤਰੀ ਭਾਵ ਦੇ ਵਿੱਚ ਫਰਮਾਨ ਕੀਤਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ। ਇਹ ਅਕਾਲ ਪੁਰਖ ਪਰਮਾਤਮਾ ਜੀ, ਜਿਨ੍ਹਾਂ ਨੂੰ ਆਪ ਜੀ ਮਹਾਰਾਜ ਬ੍ਰਹਮ ਗਿਆਨ ਦੀ ਅਵਸਥਾ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹੋ, ਹੇ ਮਹਾਰਾਜ ਤਿਸੈ ਕਿਆ ਚਾਰਾ, ਉਹਨਾਂ ਦੇ ਨਾਲ ਕੀ ਚਾਰਾ, ਕੋਈ ਜ਼ੋਰ ਥੋੜ੍ਹਾ ਚੱਲ ਸਕਦਾ। ਤੇ ਮਹਾਰਾਜ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ, ਜਿਨ੍ਹਾਂ ਦੇ ਅੰਦਰ ਆਪ ਜੀ ਬ੍ਰਹਮ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੋ। ਤੋ ਹਜੂਰ ਨੇ ਉਚਾਰਨ ਕੀਤਾ, ਨਾਨਕ ਸੱਚ ਸਵਾਰਨ ਹਾਰਾ। ਉਹ ਬੰਦਗੀ ਕਰਨ ਵਾਲਾ ਬ੍ਰਹਮ ਬੇਤਾ ਆਪ ਸੱਚ ਰੂਪ ਹੋ ਜਾਂਦਾ ਹੈ ਅਤੇ ਜੀਵਾਂ ਨੂੰ ਸਵਾਰਨ ਵਾਲਾ ਹੋ ਜਾਂਦਾ, ਭਾਵ ਹੋਰ ਵੀ ਜੀਵਾਂ ਦੇ ਹਿਰਦਿਆਂ ਨੂੰ ਸਵਾਰਨ ਵਾਲਾ ਬਣ ਜਾਂਦਾ। ਜਿਸ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹੈ, ਉਹ ਗੁਰਮੁਖ ਪਿਆਰਾ ਆਪ ਸੱਚ ਰੂਪ ਹੈ ਤੇ ਸਵਾਰਨਹਾਰਾ, ਹੋਰਾਂ ਨੂੰ ਵੀ ਸਚਿਆਰ ਬਣਾਉਣ ਦੇ ਸਮਰੱਥ ਹੋ ਜਾਂਦਾ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।